ਸੁਖਵਿੰਦਰ ਸਿੰਘ ਜੀ ਨੂੰ ਗੁਜ਼ਾਰਿਸ਼ ਕਰਦਾ ਇਹ ਥੋੜੀ ਜੀ ਗੱਲ ਇਸ ਤੋਂ ਅੱਗੇ ਮਾੜੀ ਜੀ ਜ਼ਰੂਰ ਮੈਂ ਕਰਨੀ ਹਾਂ ਜੇ ਮੈਂ ਸੈਟ ਜ਼ਰੂਰ ਕਿਉਂਕਿ ਇਹ ਹੁਣ ਆਪ ਗੱਲ ਕਰਨਗੇ ਤੇ ਫਿਰ ਇਹ ਆਪਣੇ ਪਰਿਵਾਰ ਦੀ ਗੱਲ ਨਹੀਂ ਕਰਨਗੇ। ਡਾਕਟਰ ਸਾਹਿਬ ਦਾ ਜਿਹੜਾ ਪਰਿਵਾਰ ਹੈ ਬੜਾ ਮਤਲਬ ਮੈਂ ਕਿਸ ਤਰ੍ਹਾਂ ਦਾ ਪਰਿਵਾਰ ਕਹਾਂ ਵੀ ਕਿੰਨੇ ਭਾਗਾਂ ਵਾਲੇ ਨੇ ਉਸ ਸੰਘਰਸ਼ ਤੋਂ ਨਿਕਲ ਕੇ ਤੇ ਇਸ ਵੇਲੇ ਇਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਦਾ ਉਹ ਇੱਥੇ ਦੱਸਣਾ ਪਊ। ਸਾਹ ਦਲੀਪ ਸਿੰਘ ਜੀ ਉੱਪਰ ਇਹਨਾਂ ਦੇ ਸਾਰਾ ਸਾਹਿਬ ਯੂਨੀਵਰਸਿਟੀ ਤੋਂ ਰਜਿਸਟਰਾਰ ਫੈਮਿਲੀ ਪੰਜਾਬੀ ਯੂਨੀਵਰਸਿਟੀ। ਮੇਰੀ ਕਿਤਾਬ ਨੇ ਉਹਨਾਂ ਨਾਲ ਮੈਨੂੰ ਜੋੜਿਆ। ਉਹਨਾਂ ਦਾ ਮੈਨੂੰ ਮੇਰੀ ਕਿਤਾਬ ਤੋਂ ਬਾਅਦ ਫੋਨ ਆਇਆ 15 ਦਿਨ ਮੈਨੂੰ ਗੱਲਾਂ ਪਤਾ ਕਰਦੇ ਰਹੇ। ਉਦੋਂ ਬਾਅਦ ਮੈਂ ਉਹਨਾਂ ਦਾ ਛੋਟਾ ਭਰਾ ਬਣਿਆ ਤੇ ਉਸ ਰਿਸ਼ਤੇ ਦੇ ਮੈਂ ਇਹਨਾਂ ਨੂੰ ਭਾਜੀ ਵੀ ਕਹਿੰਦਾ। ਉੱਧਰ ਭੈਣ ਜੀ ਨੇ ਡਾਕਟਰ ਨਿਵੇਦਤਾ ਜੀ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਨੇ ਤੇ ਬਹੁਤ ਸਾਰੇ ਇਹ ਸਾਰਾ ਪਰਿਵਾਰ ਹੀ ਹੁਣ ਡਿਪਾਰਟਮੈਂਟ ਵੀ ਅਹੁਦਿਆਂ ਤੇ ਮੁਖੀ ਉਹ ਵੀ ਮੁਖੀ ਨੇ ਇਹ ਵੀ ਮੁਖੀ ਨੇ। ਇਹਨਾਂ ਦੇ ਸਾਲਾ ਸਾਹਿਬ ਡਾਕਟਰ ਅਲੰਕਾਰ ਸੰਗੀਤ ਡਿਪਾਰਟਮੈਂਟ ਕਿਹੜੀ ਚੇਅਰ ਸਰ ਸੰਗੀਤ ਚੇਅਰ ਦੇ ਗੁਰਮਤ ਚੇਅਰ ਉਹ ਹੈਡ ਨੇ। ਤੇ ਅਲੰਕਾਰ ਦੀ ਜਿਹੜੀ ਵਾਈਫ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ 'ਚ ਹੁਣ। ਤੇ ਇੰਨਾ ਖੂਬਸੂਰਤ ਤੇ ਇੰਨਾ ਵਧੀਆ ਪਰਿਵਾਰ ਹੈ ਇਹਨਾਂ ਦਾ ਵੀ ਉਹ ਸੰਘਰਸ਼ 'ਚੋਂ ਨਿਕਲ ਕੇ ਅੱਗੇ ਸਮਝੋ ਵੀ ਇਹ ਸਾਰਾ ਹੀ ਸੋਹਣਾ ਹੋਵੇ। ਬਸ ਇਹ ਗੱਲ ਹਾਂ ਡਾਕਟਰ ਕਮਲੇਸ਼ ਉੱਪਲ ਯੈਸ ਇਹਨਾਂ ਦੇ ਹਾਂ ਮੈਂ ਉਹ ਉੱਥੋਂ ਉਹਦਾ ਹੀ ਸਾਰਾ ਕੁਝ ਉੱਥੇ ਹੀ ਚੱਲਿਆ ਸਾਰਾ ਉੱਥੇ ਹੀ ਚੱਲਿਆ। ਡਾਕਟਰ ਦੇ ਡਿਪਾਰਟਮੈਂਟ ਦੇ ਮੁਖੀ ਰਿਟਾਇਰ ਹੋਏ ਇਹਨਾਂ ਦੇ ਸੱਸ ਮਾਤਾ ਜੀ ਡਾਕਟਰ ਕਮਲੇਸ਼ ਉੱਪਲ। ਔਰ ਫਿਰ ਅਖੀਰਲੀ ਗੱਲ ਵੀ ਦੱਸ ਦਿਆਂ ਵੀ ਡਾਕਟਰ ਕਮਲੇਸ਼ ਉੱਪਲ ਔਰ ਉੱਪਲ ਸਾਹਿਬ ਦੀ ਮੈਰਿਜ ਇੰਟਰਕਾਸਟ ਤੁਸੀਂ ਅੰਦਾਜ਼ਾ ਲਾ ਲਓ ਵੀ ਅੱਜ ਤੋਂ 60-70 ਸਾਲ ਪਹਿਲਾਂ 60 ਸਾਲ ਪਹਿਲਾਂ 70 ਸਾਲ ਪਹਿਲਾਂ ਇੰਟਰਕਾਸਟ ਮੈਰਿਜ ਕੀਤੀ ਉਹਨਾਂ ਨੇ। ਉਹ ਬ੍ਰਾਹਮਣ ਪਰਿਵਾਰ 'ਚੋਂ ਨੇ ਡਾਕਟਰ ਕਮਲੇਸ਼ ਉੱਪਲ, ਇਹ ਜੱਟ ਪਰਿਵਾਰ 'ਚੋਂ ਅਸੀਂ। ਇੰਨੇ ਜਿਸ ਤਰ੍ਹਾਂ ਦੀ ਇਹਨਾਂ ਦੀ ਸੋਚ ਹੈ ਇਹ ਆਲਰੇਡੀ ਉਹ ਪਰਿਵਾਰ ਉੱਥੋਂ ਹੀ ਨਿਕਲ ਕੇ ਤੁਰਿਆ ਹੋਇਆ। ਤੇ ਮੈਂ ਵੀ ਨਾ ਮੈਂ ਆਪਣੀ ਕਿਤਾਬ ਦੇਣੀ ਸੀਗੀ ਤੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਐਂ ਕਰ ਵੀ ਉੱਥੇ ਉੱਪਰ ਸਾਹਿਬ ਨੂੰ ਪੜ੍ਹਾਇਆ ਜੀ ਤੇ ਮੈਂ ਉਹ ਦਿੱਤੀ ਤੇ ਮੈਨੂੰ ਅਗਲੇ ਦਿਨ ਉੱਪਰ ਸਾਹਿਬ ਦਾ ਫੋਨ ਆ ਗਿਆ ਤੇ ਮਤਲਬ ਉਹਨਾਂ ਨੂੰ ਜੋ ਜਿਵੇਂ ਵੀ ਲੱਗੀ ਉਹਨਾਂ ਨੇ ਦੱਸਿਆ ਤੇ ਮਤਲਬ ਇੰਨਾ ਉਹ ਵੀ ਇੰਨਾ ਮਤਲਬ ਪਿਆਰ ਦਿੰਦੇ ਨੇ ਕਿ ਫਾਦਰ ਸਾਹਿਬ ਦੇ ਵੀ ਜੀ ਪੁਰਾਣੇ ਦੋਸਤ ਲਓ ਜੀ। ਹੁਣ ਡਾਕਟਰ ਸਾਹਿਬ ਅੱਜ ਜਦੋਂ ਸੁਣੀਦਾ ਉਦੋਂ ਹੀ ਆਨੰਦ ਆਉਂਦਾ ਹੈ ਕਿ ਅੱਜ ਫਿਰ ਜ਼ਿਆਦਾ ਥੋੜਾ ਜਿਹਾ ਜਿਸ ਤਰ੍ਹਾਂ ਦੀ ਮਹਿਫਲ ਹੈ ਉਸ ਤਰ੍ਹਾਂ ਦਾ ਹੀ ਆਨੰਦ ਆਏਗਾ। ਕਈ ਵਾਰ ਆਪਾਂ ਨੂੰ ਇਹ ਹੁੰਦਾ ਦੁਨਿਆਵੀ ਰੂਪ 'ਚ ਆਪਾਂ ਰਹਿੰਦੇ ਹਾਂ ਜੀ ਕਈ ਵਾਰ ਆਪਾਂ ਨੂੰ ਮਤਲਬ ਆਪਾਂ ਨਕਲੀ ਬਣ ਕੇ ਵੀ ਪੇਸ਼ ਹੁੰਦੇ ਹਾਂ। ਇੱਥੇ ਕਿਸੇ ਨੂੰ ਕੋਈ ਨਕਲੀ ਮਤਲਬ ਸਾਰਾ ਕੁਝ ਕਲੀਅਰ ਹੈ ਜੋ ਮਤਲਬ ਇਹਨਾਂ ਦੀਆਂ ਖੂਬੀਆਂ ਦੱਸਾਂ ਮਤਲਬ ਉਹ ਸਪਸ਼ਟ ਨੇ ਸਾਰਿਆਂ ਨੂੰ ਪਤਾ ਹੀ ਨੇ। ਤੇ ਹੁਣ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਜੀਵਨ ਬਾਰੇ ਸਾਰਿਆਂ ਨਾਲ ਸਾਂਝ ਪਾਉਣ। ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਮੈਂ ਸਾਂਝਾ ਸਾਹਿਤਕ ਮੰਚ ਪਟਿਆਲਾ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਸਾਰੇ ਜਿੰਨੇ ਵੀ ਅਹੁਦੇਦਾਰ ਨੇ ਪ੍ਰਬੰਧਕ ਨੇ ਔਰ ਜੋ ਮੈਨੂੰ ਦੱਸਿਆ ਗਿਆ ਇਸ ਮੰਚ ਬਾਰੇ ਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੇ ਜਿਹੜੇ ਦਾਨਿਸ਼ਵਰ ਔਰ ਬੁੱਧੀਜੀਵੀ ਲੋਕ ਨੇ ਕਵੀ ਨੇ ਉਹ ਇਕੱਠੇ ਹੁੰਦੇ ਆ ਰਚਨਾਵਾਂ ਆਪਸ ਦੇ ਵਿੱਚ ਸ਼ੇਅਰ ਕਰਦੇ ਆ। ਜਿਵੇਂ ਆਪਾਂ ਅੱਜ ਵੀ ਸਾਰਿਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਨੇ ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜਿੰਨੀਆਂ ਵੀ ਰਚਨਾਵਾਂ ਇੱਥੇ ਪੇਸ਼ ਕੀਤੀਆਂ ਨੇ ਪਹਿਲਾਂ ਤਾਂ ਮੈਂ ਸਾਰਿਆਂ ਤੋਂ ਉਹ ਸਾਰੇ ਜਿੰਨੇ ਵੀ ਗੀਤਕਾਰ ਕਵੀ ਸਾਹਿਬਾਨ ਔਰ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਬਹੁਤ ਖੂਬਸੂਰਤ ਰਚਨਾਵਾਂ ਸੀਗੀਆਂ ਔਰ ਮੈਂ ਬਹੁਤ ਮੁਤਾਸਰ ਹੋਇਆ ਉਹਨਾਂ ਰਚਨਾਵਾਂ ਨੂੰ ਸੁਣ ਕੇ, ਚਾਹੇ ਉਹ ਤਰੰਨਮ ਚਾਹੇ ਉਹ ਉੱਦਾਂ ਗਾਈਆਂ ਗਈਆਂ ਸੁਣੀਆਂ ਸੁਣਾਈਆਂ ਗਈਆਂ। ਸੋ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਮੈਨੂੰ ਲੱਗਦਾ ਕਿ ਜਿੰਨੀ ਲੋੜ
ਰੋਟੀ ਨਾਲੋਂ ਵੀ ਵੱਧ ਸਾਹਿਤ ਨਾਲ ਜੁੜੀ ਹੈ। ਕਿਉਂਕਿ ਜੇ ਮਨੁੱਖ ਹੈ, ਮੈਂ ਆਪਣੀ ਗੱਲ ਮਨੁੱਖਤਾ ਤੋਂ ਸ਼ੁਰੂ ਕਰਾਂ। ਪਸ਼ੂ ਤੇ ਮਨੁੱਖ ਦੇ ਵਿੱਚ ਬੁਨਿਆਦੀ ਫਰਕ ਇਹੀ ਹੈ ਕਿ ਉਹਨਾਂ ਕੋਲ ਸਾਹਿਤ ਨਹੀਂ ਹੈ। ਪਸ਼ੂ ਕੋਲ ਜੇ ਆਪਾਂ ਪਸ਼ੂ ਨੂੰ ਕਹਾਂਗੇ ਕੋਈ ਗੀਤ ਸੁਣਾ ਸੰਗੀਤ ਕੋਈ, ਇਹ ਹੁਣ ਕਲਾਵਾਂ ਉਹਨਾਂ ਕੋਲੇ ਕੁਦਰਤ ਨੇ ਨਹੀਂ ਦਿੱਤੀਆਂ। ਸਿਰਫ ਮਨੁੱਖ ਹੈ ਕਿ ਐਸਾ ਸਪੀਸ਼ੀਜ਼ ਹੈ ਇੱਥੇ ਇਸ ਧਰਤੀ ਦੇ ਉੱਤੇ ਜਿਹਨੂੰ ਮਨੁੱਖ ਹੋਣ ਦੇ ਨਾਤੇ, ਉਹਨੂੰ ਦਿਮਾਗ ਹੋਣ ਦੇ ਨਾਤੇ ਉਹਦੇ ਕੋਲ ਕਲਾਵਾਂ ਹੈ, ਉਹਦੇ ਕੋਲ ਕਲਾ ਹੈ, ਉਹਦੇ ਕੋਲੇ ਪੇਂਟਿੰਗ ਹੈ, ਉਹਦੇ ਕੋਲੇ ਫਿਲਮ ਹੈ, ਉਹਦੇ ਕੋਲ ਨਾਟਕ ਹੈ, ਉਹਦੇ ਕੋਲ ਕਵਿਤਾ ਹੈ, ਉਹਦੇ ਕੋਲ ਕਹਾਣੀ ਹੈ, ਉਹਦੇ ਕੋਲ ਨੋਵਲ ਹੈ, ਜਿੰਨੀਆਂ ਵੀ ਕਲਾਵਾਂ ਨੇ। ਔਰ ਕਿਉਂਕਿ ਮੈਂ ਮਾਰਕਸਵਾਦ ਨਾਲ ਜੁੜਿਆ ਹੋਇਆ, ਮਾਰਕਸ ਕਹਿੰਦਾ ਕਿ ਮਨੁੱਖ ਅਸਲੀ ਉਹ ਹੈ ਜਿਹੜਾ ਇਹਨਾਂ ਕਲਾਵਾਂ ਦੇ ਸਹਾਰੇ ਜਿਉਂਦਾ ਹੈ। ਜੇ ਤੁਸੀਂ ਇਹਨਾਂ ਕਲਾਵਾਂ ਦੇ, ਆਪਾਂ ਕਹਿੰਦੇ ਹਾਂ ਕਿ ਮਨੁੱਖ ਹੋਣ ਦਾ ਆਪਾਂ ਕਿਉਂ ਆਉਣੇ ਇਸ ਧਰਤੀ ਦੇ ਉੱਤੇ, ਉਹਦਾ ਮਕਸਦ ਕੀ ਹੈ? ਬਹੁਤ ਸਾਰੀਆਂ ਦੁਨੀਆ ਦੇ ਵਿੱਚ ਫਿਲਾਸਫੀਆਂ ਹੋਈਆਂ ਨੇ, ਔਰ ਵਿਸ਼ੇਸ਼ ਤੌਰ ਤੇ ਜੇ ਆਪਾਂ ਸਾਡੀ ਭਾਰਤੀ ਫਿਲਾਸਫੀ ਦੀ ਗੱਲ ਕਰੀਏ ਤਾਂ ਉਹਨਾਂ ਨੇ 4 ਨੁਕਤੇ ਸਾਨੂੰ ਦਿੱਤੇ ਨੇ: ਧਰਮ, ਅਰਥ, ਕਾਮ, ਮੋਕਸ਼। ਮੋਕਸ਼ ਪ੍ਰਾਪਤ ਕਰਨੀ, ਇਹ ਸਾਰੀਆਂ ਬਹੁਤ ਸਾਰੀਆਂ ਨੇ, ਪਰ ਜਦੋਂ ਅਸੀਂ ਮਨੁੱਖ ਦਾ ਜਿਹੜਾ ਮੋਕਸ਼ ਕਿਵੇਂ ਪ੍ਰਾਪਤ ਕਰੇਗਾ, ਉਹ ਕਲਾਵਾਂ ਦੇ ਰਾਹੀਂ ਨਿਕਲ ਕੇ ਨਾ। ਜਿਹਦੇ ਕੋਲੇ ਕਲਾਵਾਂ ਨੇ ਉਹੀ ਅਸਲੀ ਇਨਸਾਨ ਹੈ। ਜਿਨ੍ਹਾਂ ਕੋਲੇ ਨਹੀਂ ਹੈਗੀਆਂ, ਮਾਰਕਸ ਕਹਿੰਦਾ ਕਿ ਜੇ ਅਸੀਂ ਸਿਰਫ ਪੈਸੇ ਦੇ ਸਾਰੇ, ਬਹੁਤ ਸਾਰੇ ਕਵਿਤਾਵਾਂ ਤੁਸੀਂ ਸੁਣੀਆਂ ਹੋਣਗੀਆਂ, ਉਹ ਜਿਹੜੀ ਟੈਨਸ਼ਨ ਹੈ ਬੁਨਿਆਦੀ ਤੌਰ ਤੇ ਉਹ ਮੰਡੀ ਦੀ ਟੈਨਸ਼ਨ ਹੈ। ਮਾਰਕੀਟ ਨੇ ਤੁਹਾਡੇ ਬਹੁਤ ਸਾਰੀਆਂ ਚੀਜ਼ਾਂ ਨੂੰ ਕੈਪਚਰ ਕੀਤਾ ਔਰ ਤੁਹਾਨੂੰ ਉਹਨਾਂ ਕਲਾਵਾਂ ਤੋਂ ਤੋੜਿਆ, ਤੁਹਾਨੂੰ ਮਤਲਬ ਪਸ਼ੂ ਪੁਣੇ ਵੱਲ ਭੇਜਣ ਦੀ ਕੋਸ਼ਿਸ਼ ਹੈ। ਤੁਸੀਂ ਗੀਤ, ਅੱਜ ਦੇ ਗੀਤ ਸੁਣ ਲਓ, ਖਾਓ ਪੀਓ ਐਸ਼ ਕਰੋ ਮਿੱਤਰੋ, ਕੀ ਹੈ ਇਹ? ਪਸ਼ੂ ਕੀ ਕਰਦਾ ਹੈ? ਸਾਨੂੰ ਮਤਲਬ ਕਹਿਣ ਦਾ ਮਤਲਬ, ਮੇਰਾ ਦੱਸਣ ਦਾ ਮਤਲਬ ਇਹ ਹੈ ਕਿ ਜਿਹੜਾ ਮੌਜੂਦਾ ਸਿਸਟਮ ਹੈ ਉਹ ਸਾਨੂੰ ਪਸ਼ੂਪੁਣੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ, ਔਰ ਉਹਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਮਨੁੱਖਤਾ ਤੋਂ ਰਹਿਤ ਹੋ ਜਾਈਏ, ਮਨੁੱਖਤਾ ਤੋਂ ਛੁੱਟ ਜਾਈਏ। ਔਰ ਜਿਹੜਾ ਸਾਡਾ ਸਾਹਿਤ ਹੈ, ਜਿਹੜਾ ਆਪਾਂ ਇੱਥੇ ਬਹਿ ਕੇ ਗਾਇਆ ਸੁਣਿਆ, ਉਹਦਾ ਬੁਨਿਆਦੀ ਮਕਸਦ ਹੈ ਕਿ ਸਾਨੂੰ ਪਸ਼ੂਪੁਣੇ ਨਾਲੋਂ ਤੋੜ ਕੇ ਜਿਹੜਾ ਵੱਖਰਾ ਕੀਤਾ ਜਾ ਰਿਹਾ ਹੈ, ਅਸੀਂ ਅਸਲੀ ਇਨਸਾਨ ਬਣਨ ਦੀ ਜਿਹੜੀ ਗੱਲ ਹੈ ਉਹ ਇੱਥੇ ਆਪਾਂ ਕਰੀਏ। ਔਰ ਉਹ ਤਾਂ ਹੀ ਹੋ ਸਕਦੀ ਹੈ, ਉਹਦੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਵੀ, ਉਹ ਕਿਵੇਂ ਅਸੀਂ ਉਹਦਾ ਮੁਕਾਬਲਾ ਕਿਵੇਂ ਕਰਨਾ, ਉਹ ਸਿਸਟਮ ਨੂੰ ਇੱਕ ਵੱਖਰਾ ਪੋਲੀਟੀਕਲ ਮਸਲਾ ਹੈ ਕਿ ਅਸੀਂ ਕੀ ਉਹਨੂੰ ਤੋੜ ਸਕਦੇ ਹਾਂ, ਕਿ ਅਸੀਂ ਸੱਚੀ ਮੁੱਚੀ ਜਿਹੜੀ ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਨੇ ਜਾਂ ਵਿਦਵਾਨਾਂ ਨੇ ਜੋ ਇੱਕ ਕਲਪਨਾ, ਇੱਕ ਯੂਟੋਪੀਆ ਸਿਰਜਿਆ ਸੀਗਾ ਕਿ ਮਨੁੱਖ ਇੱਦਾਂ ਦਾ ਹੋਣਾ ਚਾਹੀਦਾ ਹੈ, ਕਿ ਜੇਕਰ ਅਸੀਂ ਉਹਦੇ ਵੱਲ ਵਧਣਾ ਹੈ ਤਾਂ ਸਾਨੂੰ ਉਹਦੇ ਲਈ ਕੀ ਕਰਨਾ ਚਾਹੀਦਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਲਈ ਬੁਨਿਆਦੀ ਗੱਲ ਇਹ ਹੈ ਕਿ ਆਪਾਂ ਸਾਰਿਆਂ ਤੋਂ ਪਹਿਲਾਂ ਆਪਣੇ ਕਲਾਵਾਂ ਨਾਲ ਜੁੜੀਏ, ਸਾਹਿਤ ਨਾਲ ਜੁੜੀਏ। ਹੁਣ ਹੈ ਕਿ ਸਾਹਿਤ ਕਿੱਦਾਂ ਦਾ ਹੋਵੇ, ਜੋ ਮੈਂ ਮੰਨਦਾ ਕਿ ਸਾਹਿਤ ਜਿਹੜਾ ਹੈਗਾ, ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ, ਉਹਦੇ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਨੇ ਸਾਹਿਤ ਦੀਆਂ। ਸਾਹਿਤ ਕੋਈ ਇਹ ਨਹੀਂ ਹੁੰਦਾ ਕਿ ਸਾਰਾ ਹੀ ਲੋਕ ਪੱਖੀ ਹੁੰਦਾ। ਸਾਹਿਤ ਜਿਵੇਂ ਮੈਂ ਤੁਹਾਨੂੰ ਗਾਣੇ ਦੀ ਐਗਜ਼ਾਮਪਲ ਦਿੱਤੀ ਹੈ, ਜਾਂ ਅੱਜ ਕੱਲ੍ਹ ਗਾਣੇ ਚੱਲਦੇ ਨੇ, ਸਾਹਿਤ ਕਹਿਣ ਨੂੰ ਉਹ ਵੀ ਹੈ, ਗੀਤਕਾਰ ਤਾਂ ਉਹ ਵੀ ਕਹਾਉਂਦੇ ਨੇ ਆਪਣੇ ਆਪ ਨੂੰ, ਪਰ ਲੋਕ ਸਾਹਿਤ ਔਰ ਪਪੂਲਰ ਸਾਹਿਤ, ਇਹਦੇ ਵਿੱਚ ਬੁਨਿਆਦੀ ਫਰਕ, ਜਿਹਨੂੰ ਅਸੀਂ ਪਪੂਲਰ ਸਾਹਿਤ ਕਹਿੰਦੇ ਹਾਂ, ਜਾਂ ਜਿਹੜਾ ਲੋਕਾਂ ਦਾ ਸਾਹਿਤ ਹੈ। ਲੋਕਾਂ ਦਾ ਸਾਹਿਤ ਹਮੇਸ਼ਾ ਮਾਰਕੀਟ ਜਾਂ ਜਿਹੜਾ ਚਲੰਤ ਹੈ, ਜਿਹੜਾ ਚਲਨ ਹੈ ਸਿਸਟਮ ਦਾ, ਉਹਦੇ ਵਿਰੋਧ ਦੇ ਵਿੱਚ ਖੜਾ ਹੋ। ਇਹਦੀ ਬੁਨਿਆਦੀ ਸ਼ਰਤ ਇਹ ਹੈ, ਗੁਰਬਾਣੀ ਤੋਂ ਲੈ ਕੇ ਜਿੰਨੀਆਂ ਵੀ ਤੁਸੀਂ ਵਿਧਾਵਾਂ ਚੱਲੀਆਂ ਨੇ, ਜਿਨ੍ਹਾਂ ਨੂੰ ਅੱਜ ਅਸੀਂ ਕਹਿੰਦੇ ਹਾਂ ਕਿ ਕਲਾਸੀਕਲ ਸਾਹਿਤ ਹੈ ਜਾਂ ਵੱਡਾ ਸਾਹਿਤ ਹੈ, ਜਾਂ ਜਿਹੜਾ ਮਹਾਨ ਸਾਹਿਤ ਜਿਹਦੀ ਆਪਾਂ ਗੱਲ ਕਰਦੇ ਹਾਂ, ਉਹ ਓਨਾ ਹੀ ਮਹਾਨ ਹੈ ਜਿੰਨਾ ਉਹ ਆਪਣੇ ਸਮੇਂ ਦੇ ਜਿਹੜੇ ਹਾਕਮਾਂ ਦੇ ਜਾਂ ਜਿਹੜਾ ਸਿਸਟਮ ਹੈ ਉਹਦੇ ਬਰਖਲਾਫ ਖੜਾ ਹੁੰਦਾ ਹੈ। ਜਿੰਨਾ ਉਹਦੇ ਵਿੱਚੋਂ ਕੰਟਰਾਡਿਕਸ਼ਨ, ਜਿੰਨਾ ਉਹਦੀ ਦਵੰਦਵਾਦੀ ਜਿਹੜੀ ਪਹੁੰਚ ਹੈ ਉਹ ਵੱਧ ਹੋਏਗੀ, ਓਨਾ ਹੀ ਮਹਾਨ ਸਾਹਿਤ ਬਣੇਗਾ। ਜਿੰਨਾ ਅਸੀਂ ਉਸ ਸਿਸਟਮ ਨੂੰ ਐਕਸਪੋਜ਼ ਕਰਾਂਗੇ, ਔਰ ਜਿਹੜਾ ਦੂਜਾ ਸਾਹਿਤ ਹੈ, ਪਪੂਲਰ ਸਾਹਿਤ ਹੈ, ਉਹ ਹਮੇਸ਼ਾ ਉਸ ਸਿਸਟਮ ਨੂੰ ਗਲੋਰੀਫਾਈ ਕਰਦਾ ਹੈ ਕਿ ਇਹ ਸਿਸਟਮ ਬੜਾ ਵਧੀਆ ਹੈ ਜੀ, ਇਹ ਤਾਂ ਇੱਥੇ ਕੋਈ ਦੁੱਖ ਨਹੀਂ ਹੈ। ਪੰਜਾਬ ਤੁਸੀਂ ਸੁਣਿਆ ਹੋਵੇਗਾ ਕਿ ਪੰਜਾਬ ਤਾਂ ਬਹੁਤ ਵਧੀਆ ਹੈ ਜੀ, ਰੰਗਲਾ ਪੰਜਾਬ ਬਣਿਆ ਹੋਇਆ ਹੈ ਜੀ, ਇੱਥੇ ਤਾਂ ਆਨੰਦ, ਲੋਕ ਭੰਗੜੇ ਪੈ ਰਹੇ ਨੇ। ਉਹਨਾਂ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਹੀਂ ਦਿਖਦੀਆਂ, ਉਹਨਾਂ ਨੂੰ ਇੱਥੇ ਜੋ
ਜਾਤ ਪਾਤੀ ਵੰਡ ਆ ਉਹ ਨਹੀਂ ਦਿਖਦੀ, ਉਹਨਾਂ ਨੂੰ ਜੋ ਜਮਾਤੀ ਵੰਡ ਆ ਉਹ ਨਹੀਂ ਦਿਖਾਈ ਦਿੰਦੀ, ਉਹਨਾਂ ਨੂੰ ਹੋਰ ਜਿਹੜੀਆਂ ਵੰਡਾਂ ਨੇ ਸਾਡੀਆਂ ਉਹ ਦਿਖਾਈ ਨਹੀਂ ਦਿੰਦੀਆਂ। ਉਹ ਕੀ ਕਹਿੰਦੇ ਨੇ ਕਿ ਸਾਰਾ ਕੁਝ ਬਸ ਠੀਕ ਹੈ ਔਰ ਇਸ ਕਰਕੇ ਕੁਝ ਕਰਨ ਦੀ ਲੋੜ ਨਹੀਂ ਤੇ ਖਾਓ ਪੀਓ ਤੇ ਐਸ਼ ਕਰੋ। ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਮੈਨੂੰ ਲੱਗਦਾ ਹੈ ਕਿ ਮੈਂ ਜਿਹੜਾ ਸਾਹਿਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਉਹ ਇਸ ਨਜ਼ਰੀਏ ਤੋਂ ਕਰਦਾ ਕਿ ਸਾਹਿਤ ਜਿਹੜਾ ਹੈਗਾ ਉਹ ਇੱਦਾਂ ਦਾ ਲਿਖਿਆ ਜਾਣਾ ਚਾਹੀਦਾ। ਹੁਣ ਇਹ ਹੈ ਕਿ ਜਿਵੇਂ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਇਸ ਵੱਲ ਰੁਝਾਨ ਜਾਂ ਮੇਰਾ ਜਿਹੜਾ ਕਿਉਂ ਪਿਆ ਇਹ ਸਾਰੀਆਂ ਚੀਜ਼ਾਂ ਵੱਲ, ਜਿਵੇਂ ਸੁਖੀ ਜੀ ਨੇ ਇਸ਼ਾਰਾ ਕੀਤਾ ਸੀ ਕਿ ਮੈਂ ਕਿਤਾਬਾਂ ਵੀ ਜਿਹੜੀਆਂ ਲਿਖੀਆਂ ਉਹ ਇਹਨਾਂ ਚੀਜ਼ਾਂ ਦੇ ਬਾਰੇ ਲਿਖੀਆਂ, ਜਿਹੜੀਆਂ ਮੇਰੀਆਂ ਚਾਹੇ ਉਹ ਮੌਲਿਕ ਕਿਤਾਬਾਂ ਨੇ, ਚਾਹੇ ਅਨੁਵਾਦਿਤ ਕਿਤਾਬਾਂ ਨੇ, ਚਾਹੇ ਸੰਪਾਦਨਾ ਹੈ, ਉਹਦੇ 'ਚ ਬੁਨਿਆਦੀ ਤੌਰ 'ਤੇ ਉਸ ਤਰ੍ਹਾਂ ਦੇ ਸਾਹਿਤ ਨੂੰ ਹੀ ਪ੍ਰਮੋਟ ਕਰਨ ਦੀ ਕੋਸ਼ਿਸ਼ ਹੈ ਜਿਹੜਾ ਥੱਲਿਓਂ ਲਿਖਿਆ ਗਿਆ, ਜਿਹੜਾ ਨਜ਼ਰੀਆ ਗੁਰੂ ਨਾਨਕ ਸਾਹਿਬ ਦਾ ਹੈ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉ ਪਿਆਰੀ। ਯਾਨੀ ਕਿ ਜੇ ਸਾਹਿਤਕਾਰ ਇੱਕ ਲਕੀਰ ਨਹੀਂ ਖਿੱਚਦਾ ਤੇ ਮੈਂ ਕਿਹਨਾਂ ਦੇ ਨਾਲ ਖੜਾ, ਤਾਂ ਉਹ ਸਾਹਿਤਕਾਰ ਜਿਹੜਾ ਹੈਗਾ ਕਿਤੇ ਨਾ ਕਿਤੇ ਟਪਲਾ ਖਾ ਜਾਏ, ਕਿਤੇ ਨਾ ਕਿਤੇ ਉਹ ਦੂਸਰਿਆਂ ਦੇ ਪੱਖ 'ਚ ਭੁਗਤ ਜੇਗਾ, ਚਾਹੇ ਉਹਨੂੰ ਪਤਾ ਹੈ, ਚਾਹੇ ਉਹ ਕੌਨਸ਼ੀਅਸ ਹੈ, ਚਾਹੇ ਅਨਕੌਨਸ਼ੀਅਸ ਹੈ, ਚਾਹੇ ਉਹ ਸੁਚੇਤ ਤੌਰ 'ਤੇ ਉਹ ਕਰ ਰਿਹਾ, ਚਾਹੇ ਅਚੇਤ ਤੌਰ 'ਤੇ। ਜੇਕਰ ਉਹ ਇਹਦੇ ਬਾਰੇ ਕਲੀਅਰ ਨਹੀਂ ਹੈ, ਜੇ ਉਹਦੀ ਚੇਤਨਾ ਦੇ ਵਿੱਚ ਕਿਤੇ ਨਾ ਕਿਤੇ ਇਹ ਆ ਕਿ ਵਿੱਚ ਵਿਚਾਲਾ ਜਾਂ ਕਰ ਲਓ, ਜਾਂ ਕਈ ਵਾਰੀ ਕਹਿੰਦੇ ਨੇ ਕਿ ਆਪਾਂ ਨੂੰ ਤਾਂ ਨਿਰਪੱਖ ਰਹਿਣਾ ਚਾਹੀਦਾ ਸਾਹਿਤਕਾਰ ਨੂੰ। ਨਿਰਪੱਖਤਾ ਦਾ ਕੀ ਮਤਲਬ ਹੈ? ਨਿਰਪੱਖਤਾ ਦਾ ਮਤਲਬ ਮੈਂ ਇਹ ਲੈਣਾ ਕਿ ਮੰਨ ਲਓ ਦੋ ਭਲਵਾਨ ਲੜ ਰਹੇ ਨੇ, ਇੱਕ ਤਕੜਾ ਇੱਕ ਮਾੜਾ ਹੈ, ਠੀਕ ਹੈ ਨਾ, ਤੀਜਾ ਬੰਦਾ ਆਉਂਦਾ ਹੈ, ਉਹ ਦੇਖ ਰਿਹਾ ਕਿ ਮਾੜਾ ਜਿਹੜਾ ਹੈਗਾ ਵਿਚਾਰਾ ਕੁੱਟਿਆ ਜਾ ਰਿਹਾ ਹੈ, ਤਕੜਾ ਕੁੱਟ ਰਿਹਾ ਉਹਨੂੰ, ਉਹ ਤੀਜਾ ਕਹਿੰਦਾ ਕਿ ਮੈਂ ਤਾਂ ਨਿਰਪੱਖ ਹਾਂ ਜੀ, ਮੈਂ ਕੁਝ ਨਹੀਂ ਕਹਿਣਾ, ਇਸ ਕਰਕੇ ਕੁੱਟਣ ਦਿਓ। ਸੋ ਉਹਦਾ ਮਤਲਬ ਕੀ ਹੈ ਕਿ ਇਹਦਾ ਮਤਲਬ ਤੁਸੀਂ ਤਕੜੇ ਦੇ ਪੱਖ 'ਚ ਜਾ ਰਹੇ ਹੋ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਹਿਤਕਾਰ ਨੂੰ ਆਪਣਾ ਜਿਹੜਾ ਹੈਗਾ ਫੈਸਲਾ ਇਹ ਕਰਨਾ ਚਾਹੀਦਾ ਕਿ ਮੈਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਅਸੀਂ ਗੁਰੂ ਨਾਨਕ ਸਾਹਿਬ ਨੂੰ ਵੱਡਾ ਕਿਉਂ ਮੰਨਦੇ ਹਾਂ? ਅੱਜ ਵੀ 550 ਸਾਲ ਤੋਂ ਬਾਅਦ ਵੀ ਅੱਜ ਗੁਰੂ ਨਾਨਕ ਸਾਹਿਬ ਦੀ ਬਾਣੀ ਜਾਂ ਜਿੰਨੀ ਵੀ ਗੁਰੂ ਸਾਹਿਬ ਦੀ ਬਾਣੀ ਹੈ ਅੱਜ ਕਿਉਂ ਜ਼ਿੰਦਾ ਹੈ, ਕਿਉਂ ਅੱਜ ਉਹ ਕਲਾਸਿਕ ਸਾਹਿਤ ਬਣਿਆ? ਉਹ ਇਸ ਲਈ ਬਣਿਆ ਕਿਉਂਕਿ ਗੁਰੂ ਸਾਹਿਬ ਨੇ ਇਹ ਨਹੀਂ ਕਿ ਉਹਦੇ ਵਿੱਚ ਧਾਰਮਿਕਤਾ ਤਾਂ ਹੈਗੀ ਹੈ, ਧਾਰਮਿਕਤਾ ਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਉਸ ਵੇਲੇ ਲਿਖੀ ਹੋਈ, ਧਾਰਮਿਕ ਕਵਿਤਾ ਜਿਹੜੀ ਹੈਗੀ ਆ ਬਹੁਤ ਸਾਰੇ ਲੋਕਾਂ ਨੇ ਹੋ ਸਕਦਾ ਹੈ ਕਿ ਉਹ ਲਿਖੀ ਹੋਵੇ, ਪਰ ਉਹ ਸਮੇਂ ਦੀ ਧੂੜ ਦੇ ਵਿੱਚ ਖਤਮ ਹੋ ਗਈ। ਗੁਰੂ ਨਾਨਕ ਸਾਹਿਬ ਦੀ ਜਾਂ ਬਾਕੀ ਗੁਰੂਆਂ ਦੀ ਜਾਂ ਜਿਨ੍ਹਾਂ ਭਗਤਾਂ ਦੀ, ਚਾਹੇ ਭਗਤ ਕਬੀਰ ਜੀ ਨੇ, ਰਵਿਦਾਸ ਜੀ ਨੇ, ਜਾਂ ਜਿੰਨੇ ਵੀ ਭਗਤਾਂ ਦੀ ਬਾਣੀ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਪਹੁੰਚਦੀ ਹੈ, ਉਹ ਕਿਉਂ ਅਮਰ ਹੈ, ਕਿਉਂ ਉਹ ਇੰਨਾ ਲੰਬਾ ਚੱਲੇਗੀ? ਉਹ ਇਸ ਲਈ ਚੱਲੇਗੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਕਿੰਨਾ ਲੋਕਾਂ ਦੇ ਨਾਲ ਖੜਨਾ। ਤੁਸੀਂ ਕੋਈ ਵੀ ਕਿਸੇ ਵੀ ਭਗਤ ਦੀ, ਮੰਨ ਲਓ ਕਬੀਰ ਦੀ, ਤੁਸੀਂ ਕੋਈ ਕਵਿਤਾ ਚੱਕ ਕੇ ਦੇਖ ਲਓ, ਕੋਈ ਉਹਨਾਂ ਦੀ ਗੁਰਬਾਣੀ ਬਾਣੀ ਦੀ ਤੁਕ ਚੱਕ ਕੇ ਦੇਖ ਲਓ, ਉੱਥੇ ਤੁਹਾਨੂੰ ਲੱਗੇਗਾ ਕਿ ਉਹ ਸਿੱਧੀ ਲਕੀਰ ਹਾਕਮਾਂ ਦੇ ਨਾਲ ਲੜਾਈ ਜਿਹੜੀ ਹੈਗੀ ਆ ਲੈਂਦੇ ਆ। ਸੋ ਇਸ ਕਰਕੇ ਸਾਡਾ ਅੱਜ ਦੇ ਦੌਰ ਦੇ ਵਿੱਚ ਜਿਹੜਾ ਫਰਜ਼ ਹੈ ਉਹ ਇਹੀ ਬਣਦਾ ਹੈ ਕਿ ਅਸੀਂ ਉਹਨਾਂ ਲੋਕਾਂ ਨਾਲ ਖੜੀਏ, ਜਿਵੇਂ ਇਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਦੀ ਜਹੀਆਂ ਨੇ, ਔਰ ਜਿਹੜੇ ਲੋਕ ਬੋਲ ਨਹੀਂ ਸਕਦੇ ਅਸੀਂ ਉਹਨਾਂ ਦੀ ਆਵਾਜ਼ ਬਣੀਏ, ਜਿਹੜੇ ਲੋਕ ਪੜ੍ਹ ਨਹੀਂ ਸਕਦੇ ਉਹਨਾਂ ਤੱਕ ਆਪਣੀ ਗੱਲ ਲੈ ਕੇ ਜਾਈਏ, ਤਾਂ ਹੀ ਸਾਡੀ ਜਿਹੜੀ ਹੈਗੀ ਹੈ ਸਾਹਿਤ ਦਾ ਜਾਂ ਸਾਡੀ ਕਵਿਤਾ ਦਾ ਮੁੱਲ ਜਿਹੜਾ ਹੈਗਾ ਤਾਂ ਹੀ ਪੈ ਸਕਦਾ ਹੈ। ਔਰ ਇਹ ਮੁੱਲ ਪਿਆ, ਇਹਦਾ ਮਤਲਬ ਇਹ ਨਹੀਂ ਆਪਾਂ ਨੇ ਸੋਚਣਾ ਤੇ ਦੇਖੋ ਜੀ ਅਸੀਂ ਤਾਂ ਪੜ੍ਹਦੇ ਰਹਿਣੇ ਆ, ਆਪਸ ਦੇ ਵਿੱਚ ਜਿਹੜਾ ਹੈਗਾ ਸੁਣਦੇ ਆ, ਤੇ ਇਹਦਾ ਤਾਂ ਕੋਈ ਇੱਥੇ ਹੀ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨਹੀਂ ਹੁੰਦੀਆਂ। ਤੁਸੀਂ ਸਾਡੇ ਕੋਲ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਕਿਸਾਨ ਅੰਦੋਲਨ। ਕਿਸਾਨ ਅੰਦੋਲਨ ਦੇ ਵਿੱਚ ਜੇਕਰ ਕਵੀਆਂ ਨੇ ਆਪਣਾ ਵੱਡਾ ਰੋਲ ਨਾ ਨਿਭਾਇਆ ਹੁੰਦਾ ਤਾਂ ਅੱਜ ਇਹ ਕਿਸਾਨ ਅੰਦੋਲਨ ਇੱਕ ਯਾਦਗਾਰ ਜਾਂ ਇੱਕ ਬਹੁਤ ਵੱਡੀ ਐਗਜ਼ਾਮਪਲ ਦੁਨੀਆ ਦੇ ਲਈ ਐਗਜ਼ਾਮਪਲ ਨਾ ਬਣਦਾ। ਜਿਹੜੀਆਂ ਗੱਲਾਂ ਅੱਜ ਇੱਥੇ ਵੀ ਕਿਸਾਨ ਅੰਦੋਲਨ ਦੀ ਗੱਲ ਹੋਈ ਹੈ, ਕਵਿਤਾ ਪੜ੍ਹੀ ਗਈ ਹੈ, ਸੋ ਇਹ ਚੀਜ਼ਾਂ ਤਾਂ ਹੀ ਨੇ। ਜਿੰਨੇ ਵੀ ਅੰਦੋਲਨ ਚੱਲੇ ਨੇ ਉਹਨਾਂ ਦੇ ਪਿੱਛੇ ਕਵੀ ਦਾ ਜਿਹੜਾ ਰੋਲ ਹੈ, ਮੈਂ ਨਹੀਂ ਕਹਿੰਦਾ ਕਿ ਸਾਰਾ ਹੀ ਰੋਲ 100% ਰੋਲ ਕਵੀ ਦਾ ਹੁੰਦਾ, ਉਹਦੇ ਪਿੱਛੇ ਜਿਹੜੇ ਨੇ ਲੀਡਰ ਵੀ ਹੁੰਦੇ ਨੇ, ਪੋਲੀਟੀਕਲ ਚੀਜ਼ਾਂ ਵੀ ਹੁੰਦੀਆਂ ਨੇ, ਪਰ ਇੱਕ ਸਹਾਇਕ ਦਾ ਜਿਹੜਾ ਰੋਲ ਹੁੰਦਾ ਉਹ ਕਵੀ ਦਾ ਔਰ ਸਾਹਿਤਕਾਰ ਦਾ ਹੁੰਦਾ ਹੀ ਹੁੰਦਾ। ਜਿਸ ਤੋਂ ਬਿਨਾਂ ਕੋਈ ਵੀ ਦੁਨੀਆ ਦਾ ਅੰਦੋਲਨ ਨਾ ਤਾਂ ਚੱਲ ਸਕਦਾ, ਨਾ ਚੱਲੇਗਾ, ਨਾ ਹੀ ਅੱਜ ਤੱਕ ਚੱਲੇਗਾ। ਜਿੰਨੇ ਵੀ ਕਾਮਯਾਬ ਅੰਦੋਲਨ ਤੁਸੀਂ ਭਗਤੀ ਅੰਦੋਲਨ ਤੋਂ ਲੈ ਲਓ, ਭਗਤੀ ਅੰਦੋਲਨ
ਦੱਖਣ ਦੇ ਵਿੱਚ ਸ਼ੁਰੂ ਹੋਇਆ 8ਵੀਂ 9ਵੀਂ ਸਦੀ ਦੇ ਵਿੱਚ, ਹੌਲੀ ਹੌਲੀ ਆਉਂਦਾ ਉੱਤਰ ਦੇ ਵਿੱਚ ਆਇਆ, ਉੱਤਰ ਪ੍ਰਦੇਸ਼ ਦੇ ਵਿੱਚ, ਔਰ ਕਬੀਰ ਤੋਂ ਹੁੰਦਾ ਹੋਇਆ ਅਖੀਰ ਸਿਖਰ ਕਿਤੇ ਤੱਕ ਪਹੁੰਚਿਆ ਗੁਰੂ ਨਾਨਕ ਸਾਹਿਬ। ਜਦੋਂ ਗੁਰੂ ਨਾਨਕ ਸਾਹਿਬ ਇਸ ਨੂੰ ਕ੍ਰਾਂਤੀਕਾਰੀ ਚੀਜ਼ਾਂ ਨੂੰ ਲੈ ਕੇ ਆਉਂਦੇ, ਇੱਕ ਮਾਡਲ ਦਿੰਦੇ ਆ, ਤਾਂ ਇਹਦੇ ਵਿੱਚੋਂ ਹੀ ਫਿਰ ਖਾਲਸਾ ਦਾ ਜਿਹੜਾ ਜਨਮ ਹੈ ਉਹਦੀ ਚਿੰਗ ਸੀਗੀ, ਜਿਹੜੀ ਕਈ ਸਦੀਆਂ ਪਹਿਲਾਂ ਦੱਖਣ ਦੇ ਵਿੱਚ ਚਿੰਗ ਪੈਦਾ ਹੋਈ ਸੀ, ਉਹ ਹੌਲੀ ਹੌਲੀ ਭਾਂਬੜ ਬਣਦੀ ਜਦੋਂ ਉੱਤਰ ਦੇ ਵਿੱਚ ਆਉਂਦੀ ਹੈ, ਜਦੋਂ ਪੰਜਾਬ ਦੇ ਵਿੱਚ ਉਹੀ ਚੀਜ਼ ਅੱਗੇ ਆਉਂਦੀ ਹੈ, ਡਿਵੈਲਪ ਕਰਦੀ ਹੈ, ਤਾਂ ਉਹੀ ਖਾਲਸੇ ਦਾ ਰੂਪ ਹੈ। ਆਪਾਂ ਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਸਾਹਿਤ ਇਹ ਜਿਹੜਾ ਹੈਗਾ ਕੁਝ ਨਹੀਂ ਕਰਦਾ। ਸੋ ਸਾਡੇ ਕੋਲੇ ਸਾਡੀਆਂ ਆਪਣੀਆਂ ਐਗਜ਼ਾਮਪਲਸ ਨੇ, ਸਾਡੇ ਕੋਲੇ ਪੰਜਾਬ ਦੀਆਂ ਬਹੁਤ ਸਾਰੀਆਂ ਮੈਂ ਐਗਜ਼ਾਮਪਲਾਂ ਦੇ ਸਕਦਾ ਜਿਹਦੇ ਵਿੱਚ ਸਾਹਿਤ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਔਰ ਲੇਟੈਸਟ ਸਾਡੀ ਐਗਜ਼ਾਮਪਲ ਕਿਸਾਨ ਅੰਦੋਲਨ ਦੀ ਹੈਗੀ ਹੈ, ਔਰ ਆਉਣ ਵਾਲਾ ਸਮਾਂ ਵੀ ਜਿਹਦੇ ਵਿੱਚ ਅੱਜ ਆਪਾਂ ਨੂੰ ਲੱਗਦਾ ਹੋਵੇਗਾ ਕਿ ਸ਼ਾਇਦ ਸਾਡੀਆਂ ਗੱਲਾਂ ਸਾਡੇ ਤੱਕ ਹੀ ਸੀਮਿਤ ਰਹਿੰਦੀਆਂ ਨੇ, ਪਰ ਇਹੀ ਗੱਲਾਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਤੱਕ ਪਹੁੰਚਣਗੀਆਂ, ਇਹੀ ਹੌਲੀ ਹੌਲੀ ਹੋ ਸਕਦਾ ਹੈ। ਕਿਉਂਕਿ ਐਂਗਲਸ ਦੀ ਮੈਂ ਮਾਰਕਸ ਦੇ ਬਹੁਤ ਗੂੜੇ ਮਿੱਤਰ ਸੀਗੇ ਐਂਗਲਸ, ਉਹਨਾਂ ਦੀ ਇੱਕ ਲਾਈਨ ਹੈ ਇਤਿਹਾਸ ਬਾਰੇ ਜਿਹੜੀ ਕਿ ਸਾਨੂੰ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਸੀਗਾ ਕਿ ਹਿਸਟਰੀ ਇਜ਼ ਦਾ ਮੋਸਟ ਇਮੈਜੀਨੇਟਿਵ ਦੈਨ ਮੈਨ। ਜਿਹੜੀ ਇਤਿਹਾਸ ਹੁੰਦਾ ਉਹ ਮਨੁੱਖ ਨਾਲੋਂ ਵੱਧ ਕਲਪਨਾਸ਼ੀਲ ਹੁੰਦਾ। ਬੇਸ਼ੱਕ ਸਾਨੂੰ ਲੱਗਦਾ ਕਿ ਕਵੀ ਅਸੀਂ ਕਲਪਨਾਸ਼ੀਲ ਹਾਂ, ਪਰ ਉਹ ਕਹਿੰਦਾ ਕਵੀ ਨਾਲੋਂ ਵੀ ਮਨੁੱਖ ਨਾਲੋਂ ਵੀ ਇਤਿਹਾਸ ਵੱਧ ਕਲਪਨਾਸ਼ੀਲ ਹੈ। ਹੋ ਸਕਦਾ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ, ਮੋਦੀ ਨੂੰ ਵੀ ਨਹੀਂ ਪਤਾ ਹੋਣਾ ਜਾਂ ਸਾਨੂੰ ਵੀ ਨਹੀਂ ਸੀ ਪਤਾ ਕਿ ਇੱਥੋਂ ਤੱਕ ਇਹ ਪਹੁੰਚ ਜਾਏਗਾ, ਅਸੀਂ ਇੱਦਾਂ ਹੀ ਐਡੀ ਵੱਡੀ ਤਾਕਤ ਨੂੰ ਹਰਾ ਦਾਂਗੇ। ਸੋ ਇਹ ਕਿਸੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨੂੰ ਨਹੀਂ ਪਤਾ ਕਿ ਇਹ ਜਿਹੜੀ ਇੱਕ ਚਿੰਗਾਰੀ ਜਿਹੜੀ ਹੈਗੀ ਆ, ਇੱਕ ਹੋ ਸਕਦਾ ਕਿ ਇੱਕ ਤੁਹਾਡਾ ਬੰਦ ਕਵਿਤਾ ਦਾ ਜਾਂ ਇੱਕ ਮੁਖੜਾ ਹੋ ਸਕਦਾ ਕਿ ਕ੍ਰਾਂਤੀ ਬਣ ਜਾਏ, ਉਹ ਇੰਨਾ ਵਾਇਰਲ ਹੋ ਜਾਏ ਕਿ ਉਹਦੇ ਵਿੱਚੋਂ ਇੱਕ ਕ੍ਰਾਂਤੀ ਦੀ ਚਿੰਗ ਜਿਹੜੀ ਹੈਗੀ ਪੈਦਾ ਹੋ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਤਿਹਾਸ ਦੇ ਵਿੱਚ ਕਈ ਵਾਰੀ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਛੋਟੀ ਜਿਹੀ ਗੱਲ ਦੇ ਵਿੱਚੋਂ ਹੀ ਕ੍ਰਾਂਤੀਆਂ ਪੈਦਾ ਹੋ ਸਕਦੀਆਂ ਨੇ, ਔਰ ਉਹ ਹੋਈਆਂ ਨੇ। ਸੋ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਲਿਖਦੇ ਰਹਿੰਦੇ ਹਾਂ ਔਰ ਕੋਈ ਇਹਦਾ ਅਸਰ ਨਹੀਂ ਪੈਂਦਾ। ਅਸਰ ਪੈਣਾ ਹੀ ਪੈਣਾ ਹੁੰਦਾ ਹੈ। ਸਾਹਿਤ ਨੇ ਇਹ ਨਹੀਂ ਪਤਾ ਕਿ ਸਾਨੂੰ ਕਿਸ ਮੌਕੇ ਕਿਸ ਸਮੇਂ ਤੇ ਜਾ ਕੇ ਕਿੰਨਾ ਲੋਕਾਂ ਦੇ ਵਿੱਚ ਉਹ ਅਸਰ ਕਰ ਜੇ ਔਰ ਉਹਦਾ ਇੱਕ ਵੱਡਾ ਅਸਰ ਜਿਹੜਾ ਹੈਗਾ ਕ੍ਰਾਂਤੀ ਦੇ ਵਿੱਚ ਤਬਦੀਲ ਹੋ ਜਾਏ। ਸੋ ਇਹ ਚੀਜ਼ਾਂ ਮੈਂ ਜਿਹੜੀਆਂ ਮੇਰੇ ਮਨ 'ਚ ਆਈਆਂ ਜਾਂ ਮੇਰੇ ਦਿਲ 'ਚ ਮੇਰੇ ਜ਼ਿਹਨ 'ਚ ਆਈਆਂ, ਉਹ ਇਸ ਲਈ ਆਈਆਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਮੈਂ ਭੁਗਤੀਆਂ। ਕਿਉਂਕਿ ਜਦੋਂ ਮੈਨੂੰ ਜਿਵੇਂ ਸੁੱਖੀ ਜੀ ਨੇ ਕਿਹਾ ਸੀਗਾ ਕਿ ਮੈਂ ਆਪਣੀ ਮਾਤਾ ਜੀ ਨੂੰ ਦੇਖੇ, ਮੈਨੂੰ ਯਾਦ ਨਹੀਂ ਹੈ ਕਿ ਇੱਦਾਂ ਦੇ, ਕਿਉਂਕਿ ਮੈਂ ਬਹੁਤ ਛੋਟਾ ਸੀ, 2-2.5 ਸਾਲ ਦਾ ਸੀ, ਔਰ ਪਿੰਡ ਮੇਰਾ ਲੌਂਗੋਵਾਲ ਹੈ, ਜ਼ਿਲ੍ਹਾ ਸੰਗਰੂਰ। ਉੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਤੁਸੀਂ ਨਾਮ ਸੁਣਿਆ ਹੋਵੇਗਾ। ਲਗਭਗ 52 ਸ਼ਹੀਦ ਸਾਡੇ ਪਿੰਡ ਦੇ ਹੋਏ ਆ, ਜਿਹਦੇ ਵਿੱਚ ਭਾਈ ਮਤੀ ਸਿੰਘ, ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਹ ਸਾਰੇ ਜਿੰਨੇ ਵੀ ਵੱਡੇ ਸ਼ਹੀਦ ਨੇ, ਇਹ ਸਾਡੇ ਹਰਚੰਦ ਸਿੰਘ ਲੌਂਗੋਵਾਲ ਤੱਕ ਆਪਾਂ ਕਹਿ ਸਕਦੇ ਹਾਂ 53 ਸ਼ਹੀਦਾਂ ਦੀ ਧਰਤੀ ਹੈ। ਉਸ ਪਿੰਡ ਦੇ ਵਿੱਚ ਜਨਮ ਹੋਇਆ ਔਰ ਉੱਥੇ ਸ਼ੁਰੂ 'ਚ ਜੋ ਪੜ੍ਹਿਆ, ਪਰ ਫਾਦਰ ਸਾਹਿਬ ਨੇ ਸੈਕਿੰਡ ਜਿਹੜੀ ਮੈਰਿਜ ਕਰਵਾ ਲਈ ਮੇਰੇ ਮਦਰ ਦੀ ਡੈਥ ਤੋਂ ਬਾਅਦ, ਤੇ ਉਸ ਤੋਂ ਬਾਅਦ ਫਿਰ ਜਿਹੜਾ ਮਤਰੇਈ ਵਾਲਾ ਤੁਸੀਂ ਸੁਣਿਆ ਹੋਣਗੇ, ਪੂਰਨ ਭਗਤ ਦੀਆਂ ਕਹਾਣੀ ਨਾਮ ਜੋ ਲੋਕ ਕਥਾ ਦੇ ਵਿੱਚ ਚੱਲਦੀਆਂ ਨੇ, ਸੋ ਉਹੀ ਚੀਜ਼ਾਂ ਮੈਨੂੰ ਜਿਹੜਾ ਸੀ ਮਿਲੀਆਂ। ਪਰ ਜੇ ਉਹ ਨਾ ਮਿਲਦੀਆਂ, ਪਰ ਉਹ ਮੈਂ ਤੁਹਾਡੇ ਸਾਹਮਣੇ ਅੱਜ ਨਾ ਹੁੰਦਾ, ਜੇ ਮੈਂ ਉੱਥੇ ਹੀ ਹੁੰਦਾ, ਜੇ ਚੀਜ਼ਾਂ ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ। ਔਰ ਇਹੀ ਸੀਗਾ ਮਨ ਦੇ ਵਿੱਚ ਕਿ ਕਿਵੇਂ ਨਾ ਕਿਵੇਂ ਮੈਨੂੰ ਪੜ੍ਹਨਾ ਚਾਹੀਦਾ ਹੈ। ਕੁਦਰਤ ਨੇ ਮੈਨੂੰ ਕੋਈ ਇਹ ਨਹੀਂ ਕਿ ਮਿੱਥ ਕੇ ਮੈਂ ਨਾ ਕੋਈ ਸਾਡੇ ਘਰ 'ਚ ਪਹਿਲਾਂ ਪੜ੍ਹਿਆ ਸੀਗਾ, ਨਾ ਹੀ ਕੋਈ ਹੁਣ ਵੀ ਕੋਈ, ਜੇ ਮੈਂ ਕਹਾਂ ਕਿ ਮੇਰੇ ਜੋ ਭਰਾ ਨੇ ਜਾਂ ਜੋ ਚਾਚੇ ਤਾਇਆਂ ਦੇ ਬੱਚੇ ਨੇ, ਕੋਈ ਇਸ ਕਿਸਮ ਦੀ ਪੜ੍ਹਾਈ ਉਹਨਾਂ ਨੇ ਨਹੀਂ ਕੀਤੀ। ਵੱਧ ਤੋਂ ਵੱਧ +2 ਜਾਂ BA ਤੱਕ ਜਿਹੜੀ ਹੈਗੀ ਆ, ਉਹ BA MA ਤੱਕ ਹੈਗੇ ਨੇ, ਉਹ ਵੀ ਹੁਣ। ਪਰ ਪਿਛਲੀਆਂ ਜਿਹੜੀਆਂ ਸੀਗੀਆਂ, ਜਿਹੜਾ ਸਾਡਾ ਘਰ ਸੀਗਾ, ਉਹਦੇ ਵਿੱਚ MA ਤੱਕ ਸਾਡਾ ਜਿਹੜਾ ਸੀਗਾ ਉਹ ਲਾਲਟਨ ਜਾਂ ਦੀਵਾ ਮਿੱਟੀ ਦੇ ਤੇਲ ਵਾਲਾ ਤੁਸੀਂ ਸੁਣਿਆ ਹੋਵੇਗਾ, ਉਹਦੇ ਰਾਹੀਂ ਉਹਦੇ ਵਿੱਚ ਹੀ ਪੜ੍ਹਦੇ ਸੀ। ਔਰ ਜਦੋਂ ਸਵੇਰੇ ਉੱਠਣਾ, ਉਹ ਸਾਰਾ ਨੱਕ ਜਿਹੜਾ ਸੀ ਕਾਲਾ, ਮੂੰਹ ਜਿਹੜਾ ਉਹ ਸਾਰਾ ਹੋ ਜਾਣਾ ਉਹ ਧੂਏ ਦੇ ਨਾਲ। ਸੋ ਉਸ ਤਰ੍ਹਾਂ ਦਾ ਮਾਹੌਲ ਸੀਗਾ। ਬਹੁਤੇ
ਪਿੰਡ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਮਾਲਵੇ ਦੇ ਵਿੱਚ ਵੈਸੇ ਹੀ ਅਸੀਂ ਪਿੱਛੇ ਆ ਦੁਆਬੇ ਤੇ ਮਾਝੇ ਨਾਲੋਂ। ਔਰ ਖੇਤੀਬਾੜੀ ਕਰਦੇ ਸੀਗੇ, ਮੇਰੇ ਦਾਦੇ ਪੜਦਾਦੇ ਲਗਾਤਾਰ ਛੋਟੀ ਕਿਸਾਨੀ ਦਾ ਪਰਿਵਾਰ ਸੀ। ਔਰ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ 1960-62-65 ਦੇ ਵਿੱਚ, ਤਾਂ ਉਹਦਾ ਅਸਰ ਛੋਟੀ ਕਿਸਾਨੀ ਦੇ ਵਿੱਚ ਉੱਤੇ ਵੀ ਹੋਇਆ ਔਰ ਉਹ ਸਾਡਾ ਪਰਿਵਾਰ ਉਸ ਗ੍ਰਿਫਤ ਦੇ ਵਿੱਚ ਆਇਆ। ਔਰ ਮੇਰੇ ਚਾਚਾ ਜੀ ਜਦੋਂ ਮੈਂ ਪਿੰਡ ਚਲਾ ਗਿਆ, ਉਹ ਮੇਰੇ ਸਾਹਮਣੇ ਉਹ ਸਪਰੇਅ ਪੀਂਦੇ ਸੀ ਉਹਨਾਂ ਦਿਨਾਂ 'ਚ, ਜਦੋਂ ਸੁਸਾਈਡ ਹੁਣ ਤਾਂ ਫਿਰ ਬਾਅਦ ਦੇ ਵਿੱਚ ਸਨਖਾਸ ਆ ਗਈ ਸੀ ਜੀ, ਉਹਨਾਂ ਦਿਨਾਂ ਦੇ ਵਿੱਚ DDT ਹੁੰਦੀ ਸੀ ਜੀ, ਉਹ ਛਿੜਕਦੇ ਸੀਗੇ। ਔਰ ਮੈਂ ਛੋਟਾ ਜਿਹਾ ਸੀਗਾ, ਖੇਤ ਵਿੱਚ ਕੰਮ ਕਰਦੇ ਸੀਗੇ, ਖੇਤ ਡੰਗਰ ਡੁੰਗਰ ਚਾਰਨ ਦਾ, ਔਰ ਉਹ ਮੇਰੇ ਸਾਹਮਣੇ DDT ਪੀ ਕੇ ਮਰ ਗਏ। ਔਰ ਫਿਰ 9ਵੀਂ ਕਲਾਸ ਸੀਗਾ, ਦਾਦੀ ਜੀ ਦੇ ਉੱਤੇ ਕੰਧ ਡਿੱਗੀ, ਕੱਚੇ ਘਰ ਹੁੰਦੇ ਸੀਗੇ, ਔਰ ਕੰਧ ਉੱਤੇ ਡਿੱਗਣ ਕਰਕੇ ਚੂਲਾ ਟੁੱਟ ਗਿਆ ਔਰ 2 ਮਹੀਨਿਆਂ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਫਿਰ ਮੇਰੇ ਦਾਦਾ ਜੀ ਨੇ ਆਪ ਹੀ ਉਹ ਰੋਟੀਆਂ ਲਾਉਂਦੇ ਸੀਗੇ, ਉਹਨਾਂ ਕੋਲ ਹੀ ਮੈਂ ਰਹਿ ਕੇ ਪੜ੍ਹਿਆ। ਤੇ ਇਸੇ ਤਰ੍ਹਾਂ ਜਦੋਂ ਜਿਵੇਂ ਸੁੱਖੀ ਜੀ ਨੇ ਕਿਹਾ ਵੀ ਸਪੋਰਟਸ ਕਰਨੀ ਸ਼ੁਰੂ ਕੀਤੀ, ਮੈਨੂੰ ਕਿਸੇ ਨੇ ਕਿਹਾ ਕਿ ਤੁਹਾਨੂੰ ਸਪੋਰਟਸ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਤੁਹਾਡੀ ਡਾਈਟ ਫ੍ਰੀ ਹੁੰਦੀ ਹੈ। ਮੈਨੂੰ ਬਹੁਤਾ ਤਾਂ ਇਹੀ ਲੱਗਦਾ ਸੀਗਾ ਯਾਰ ਰੋਟੀ ਕਿੱਥੋਂ ਖਾਣੀ, ਕਿਉਂਕਿ ਵੱਡੀ ਸਮੱਸਿਆ ਰੋਟੀ ਦੀ ਸੀ। ਕਈ ਦਿਨ ਐਸੇ ਵੀ ਜ਼ਿੰਦਗੀ ਦੇ ਵਿੱਚ ਰਹੇ, ਲਗਭਗ ਜਿਹੜੇ ਮੇਰੇ ਸ਼ੁਰੂ ਦੇ 25 ਸਾਲ ਨੇ, ਮੈਨੂੰ ਲੱਗਦਾ ਕਿ 2 ਟਾਈਮ ਬਹੁਤ ਘੱਟ ਦਿਨ ਹੋਣਗੇ ਜਿੱਥੇ ਮੈਂ 2 ਟਾਈਮ ਰੋਟੀ ਖਤਮ ਹੋ ਗਈ। ਇਸੇ ਤਰ੍ਹਾਂ ਕੱਪੜੇ ਲੀੜੇ ਦਾ ਹਾਲ ਸੀ, ਕੱਪੜਾ ਕੋਈ ਬਹੁਤ ਜਿਹੜੇ ਮੇਰੇ ਕੋਚ ਹੁੰਦੇ ਸੀ ਜਾਂ ਦੋਸਤ ਸੀਗੇ ਉਹ ਮੈਨੂੰ ਪਾਉਣ ਨਹੀਂ ਦਿੰਦੇ ਸੀਗੇ। 25 ਸਾਲ ਉਹਨਾਂ ਦੇ ਕੱਪੜੇ ਪਾ ਕੇ ਪੜ੍ਹਿਆ। ਤੇ ਖਨੌਰੀ ਤੋਂ ਇੱਥੇ ਦੱਸ ਰਹੇ ਸੀ, ਹਾਂ 10ਵੀਂ ਦੇ ਵਿੱਚ ਮੈਂ ਖਨੌਰੀ ਲਾਂਗੜੀ ਲੱਗ ਗਿਆ ਸੀਗਾ। ਉੱਥੇ ਖਨੌਰੀ ਤੇ ਭਾਖੜਾ ਜਾਂਦੀ ਹੈ ਤੁਹਾਨੂੰ, ਉੱਥੇ ਜਿਹੜਾ ਮੇਨ ਪੁਲ ਹੈ ਉੱਥੇ ਚੌਂਕੀ ਬੈਠਦੀ ਸੀ। ਕਿਸੇ ਵੇਲੇ ਉਦੋਂ ਅੱਤਵਾਦ ਦਾ ਦੌਰ ਸੀਗਾ ਤੇ ਮੈਂ 9ਵੀਂ 10ਵੀਂ ਦੇ ਪੇਪਰ ਦਿੱਤੇ ਸੀ। ਜਦੋਂ ਗੈਪ ਜਿਹਾ ਹੁੰਦਾ ਹੈ 2 ਮਹੀਨਿਆਂ ਦਾ, ਕਿਸੇ ਨੇ ਕਿਹਾ ਵੀ ਯਾਰ ਮੈਂ ਲੱਕੜਾਂ ਲੈਣ ਲਈ ਜਾ ਰਿਹਾ ਸੀਗਾ ਤੇ ਜਿੰਨਾ ਮਾਮਾ ਜੀ ਕੋਲ ਰਹਿੰਦਾ ਸੀਗਾ ਉੱਥੇ ਲਾਈਨ ਲੱਗੀ ਹੋਈ ਸੀ, ਮੁੰਡੇ ਖੜੇ ਸੀਗੇ। ਮੈਂ ਕਿਹਾ ਕਾਹਦੀ ਲਾਈਨ ਹੈ? ਕਹਿੰਦੇ ਲਾਂਗਰੀ ਭਰਤੀ ਹੋ ਰਹੀ ਹੈ ਆਪਣੇ ਜਿਹੜੇ ਹੁੰਦੇ ਸੀਗੇ ਹੋਮਗਾਰਡ ਦੀ। ਔਰ ਮੈਂ ਕਿਹਾ ਯਾਰ ਇਹ ਤਾਂ ਵਧੀਆ ਸੀ, ਸਰਕਾਰੀ, ਮੈਂ ਕਿਹਾ ਸਰਕਾਰੀ ਨੌਕਰੀ? ਕਹਿੰਦੇ ਹਾਂਜੀ ਇਹ ਸਰਕਾਰੀ ਨੌਕਰੀ ਹੈ, ਤੁਸੀਂ ਲੱਗ ਜਾਓ। ਮੈਂ ਲਾਈਨ 'ਚ ਲੱਗ ਗਿਆ। ਉੱਥੇ ਬਾਈ ਚਾਂਸ ਸਾਡੇ ਮੇਰੇ ਨਾਨਕਿਆਂ ਦਾ ਸੀਗਾ ਜਿਹੜਾ ਸਿਲੈਕਟ ਕਰਦਾ ਸੀਗਾ, ਉਹਨੇ ਕਿਹਾ ਠੀਕ ਹੈ ਜੀ ਤੁਸੀਂ ਐਂ ਕਰੋ, ਆਹ ਟਰੱਕ ਚੱਲਿਆ ਪਾਤਲ ਖਨੌਰੀ, ਤੁਸੀਂ ਇਹਦੇ 'ਚ ਬਹਿ ਕੇ ਬਸ ਤੁਹਾਡੀ ਸਿਲੈਕਸ਼ਨ ਹੋ ਗਈ, ਤੁਸੀਂ ਪਹੁੰਚੋ ਹਾਂ ਚੌਂਕੀ 'ਤੇ। ਤੇ ਉੱਥੇ ਕੁਛ PAP ਦੇ ਹੁੰਦੇ ਸੀ, PAP ਦੇ ਹੁੰਦੇ ਨਹਿਰਾਂ ਦੇ, ਹਾਂ ਯੈਸ। ਤੇ ਉੱਥੇ ਫਿਰ ਕੁਝ ਨਾਲ ਜਿਹੜੇ ਸੀ ਹੋਮਗਾਰਡ ਦੇ ਸਿਪਾਹੀ ਹੁੰਦੇ ਸੀਗੇ, ਉਹ ਵੀ ਜਿਹੜੇ ਫੌਜ 'ਚੋਂ ਨਾਮ ਕਟਾ ਕੇ ਉਹਨਾਂ ਦਿਨਾਂ 'ਚ ਜਿਹੜੇ ਸੀ ਰੱਖਦੇ ਸੀਗੇ ਅੱਤਵਾਦ ਦੇ ਕਰਕੇ। ਸੋ ਉੱਥੇ ਫਿਰ ਇਹਨਾਂ ਦਿਨਾਂ ਦੇ ਵਿੱਚ ਜੂਨ ਜੁਲਾਈ 'ਚ ਇਹਨੂੰ ਉੱਥੇ ਗਰਮੀ 20-25 ਬੰਦੇ ਹੁੰਦੇ ਸੀ। ਉੱਥੇ ਫਿਰ ਖਾਣਾ ਜਦੋਂ ਬਣਾਉਣਾ ਗਰਮੀ ਕਰਕੇ ਫਿਰ ਮੇਰੇ ਇੱਥੇ ਛਾਲੇ ਪੈਣੇ ਸ਼ੁਰੂ ਹੋ ਗਏ। ਉਹ ਫਿਰ ਉਹ ਜਿੰਨੇ ਕੁ ਤਨਖਾਹ ਮਿਲਦੀ ਉਹਨਾਂ ਕੁ ਫਿਰ ਦਵਾਈ ਦੇ ਪੈਸੇ ਲੱਗ ਜਾਂਦੇ। ਸੋ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ। 10ਵੀਂ ਦਾ ਰਿਜ਼ਲਟ ਆ ਗਿਆ ਤੇ ਅਚਾਨਕ ਕੀ ਹੋਇਆ ਕਿ ਪੈਸੇ ਨਾ ਹੋਣ ਕਰਕੇ ਸਾਡੇ ਕੋਲ ਕਮਰਾ ਹੁੰਦਾ ਸੀਗਾ ਸੰਗਰੂਰ। ਉਹ ਮੈਨੂੰ ਮੇਰੇ ਫਾਦਰ ਨੇ ਕਿਹਾ ਵੀ ਯਾਰ ਕਿਉਂਕਿ 10ਵੀਂ ਕਲਾਸ ਹੈ, ਤੂੰ ਟਿਊਸ਼ਨ ਪੜ੍ਹਨਾ ਹੈ ਤਾਂ ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਆ ਜਿਹੜਾ ਤੈਨੂੰ ਕਿਰਾਇਆ ਮਿਲੇਗਾ ਤੂੰ ਕਿਰਾਏ 'ਤੇ ਦੇ ਦੇ ਕਮਰਾ, ਉਹ ਤੂੰ ਪੈਸੇ ਲੈ ਲੈ। ਉਹ ਮੈਂ ਕੁਦਰਤੀ ਆਪਣੇ ਦੋਸਤ ਨੂੰ ਪੁੱਛਿਆ, ਉਹ ਪੜ੍ਹਦੇ ਸੀਗੇ ਮਸਤੂਆਣਾ ਸਾਹਿਬ, ਤੇ ਮਸਤੂਆਣਾ ਸਾਹਿਬ ਉਦੋਂ ਅੱਤਵਾਦ ਦਾ ਗੜ੍ਹ ਸੀ। ਤੇ 84 ਜਦੋਂ ਵਾਪਰੀ ਉਦੋਂ ਬਾਈ ਚਾਂਸ ਮੈਂ 6ਵੀਂ ਕਲਾਸ ਸੀਗਾ, 84 ਦਾ ਅਟੈਕ ਹੋ ਗਿਆ। ਮੇਰੇ ਮਨ 'ਚ ਵੀ ਵਿਦਰੋਹ ਪੈਦਾ ਹੋਇਆ ਵੀ ਇਹ ਤਾਂ ਬਹੁਤ ਮਾੜਾ ਗੱਲ ਕੀਤੀ, ਸਾਡੇ ਸਿੱਖਾਂ ਨੂੰ ਮਰਾਤਾ। ਮੈਂ ਉਸ ਚੱਕਰ 'ਚ ਅੰਮ੍ਰਿਤ ਛਕ ਲਿਆ, ਮਸਤੂਆਣੇ ਤੋਂ ਹੀ ਅੰਮ੍ਰਿਤ ਛਕ ਲਿਆ। ਫਿਰ ਆ ਮੈਂ ਛਵਾਇਆ ਇੱਕ ਓਂਕਾਰ। ਤੇ 8ਵੀਂ 9ਵੀਂ 'ਚ ਜਾਂਦੇ ਆ ਜਿਹੜਾ ਉਹ ਕਮਰਾ ਦਿੱਤਾ ਸੀਗਾ, ਕਿਉਂਕਿ ਬੋਰਡ ਦੀ ਕਲਾਸ ਸੀਗੀ 9ਵੀਂ, ਔਰ
ਉਹ ਉਹੀ ਬੰਦੇ ਮਾਰੇ ਗਏ ਜਿਹੜੇ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਾਤਲ ਸੀ। ਉਸ ਕਮਰੇ 'ਚ ਕਾਊਂਟਰ ਹੋ ਗਿਆ, ਉਹਨਾਂ ਦਾ ਮੁਕਾਬਲਾ ਹੋ ਗਿਆ, 2-3 ਅੱਤਵਾਦੀ ਮਾਰੇ ਗਏ, 2-3 ਪੁਲਿਸ ਵਾਲੇ ਮਾਰੇ ਗਏ। ਉਹ ਲੱਭਣ ਵੀ ਇਹ ਘਰ 'ਚ ਹੈ ਕਿ ਕਿਹਦਾ ਕਿਹਨੂੰ ਦਿੱਤਾ ਹੈ ਸਾਰਾ, ਉਹ ਮੇਰੇ ਪੁਲਿਸ ਪਿੱਛੇ ਪੈ ਗਈ ਵੀ ਲੱਭ ਕੇ ਲੈ ਕੇ ਆਓ। ਉਸ ਚੱਕਰ 'ਚ ਲੱਭਦੇ ਲਵਾਉਂਦੇ ਜਿਹੜਾ ਹੈਗਾ ਤੀਜੇ ਇੱਕ ਦਿਨ ਮੈਨੂੰ ਫੜ ਲਿਆ ਤੇ ਲੱਡਾ ਕੋਠੀ ਲਿਆ ਕੇ 15-20 ਦਿਨ ਉੱਥੇ ਰੱਖਿਆ। ਫਿਰ ਤੁਹਾਨੂੰ ਪਤਾ ਹੀ ਹੈ ਲੱਡਾ ਕੋਠੀ ਦਾ ਹਾਲ ਉਹਨਾਂ ਦਿਨਾਂ 'ਚ ਵੀ CI ਸਟਾਫ ਹੁੰਦਾ, ਉਹਨੂੰ ਕਹਿੰਦੇ ਸੀ ਅਸੀਂ। ਫਿਰ ਅਲਟੀਮੇਟਲੀ ਲਹਿਰੇ ਗਾਗੇ ਤੋਂ ਮੇਰੇ ਕੇਸ ਬਣਾ ਕੇ ਕਿ ਇਹ ਖਾਲਿਸਤਾਨ ਦੇ ਅੰਮ੍ਰਿਤ ਮੇਰਾ ਤੁਹਾਨੂੰ ਦੱਸਿਆ ਛਪਿਆ ਹੋਇਆ ਸੀਗਾ ਤੇ ਗਾਤਰਾ ਮੇਰੇ ਪਾਇਆ ਹੋਇਆ। ਉਹਨਾਂ ਨੇ ਕਹਿੰਦਾ ਵੀ ਇਹ ਅੱਤਵਾਦੀ ਜਿਹੜਾ ਹੈਗਾ ਇਹਨੂੰ ਲਹਿਰੇ ਗਾਗੇ ਤੋਂ ਫੜਿਆ, ਇਹ ਖਾਲਿਸਤਾਨ ਦੇ ਨਾਅਰੇ ਮਾਰ ਰਿਹਾ ਤੇ ਇੱਥੇ ਪਟਿਆਲੇ ਮੈਨੂੰ ਜੀ ਜੇਲ੍ਹ ਦੇ ਵਿੱਚ ਭੇਜਤਾ। ਤੇ ਉਹ ਕੋਈ ਜ਼ਮਾਨਤ ਕਰਾਉਣ ਵਾਲਾ ਮਿਲੇ, ਫਿਰ ਕਿਸੇ ਨੇ ਕਹਿੰਦੇ ਕਹਾਉਂਦੇ ਵੀ ਕੋਈ ਰਿਸ਼ਤੇਦਾਰ ਚੰਗਾ ਟੱਕਰ ਗਿਆ, ਉਹਨਾਂ ਨੇ 3-4 ਮਹੀਨਿਆਂ ਬਾਅਦ ਮੇਰੀ ਜਿਹੜੀ ਹੈਗੀ ਜ਼ਮਾਨਤ ਕਰਾਈ ਔਰ ਉਹ ਕੇਸ ਜਿਹੜਾ 2-2.5 ਸਾਲ ਚੱਲਿਆ। ਔਰ ਉਹ ਜੇਲ੍ਹ ਦੇ ਵਿੱਚ, ਪਰ ਇਹ ਆ ਵੀ ਜੇਲ੍ਹ ਦੇ ਵਿੱਚ ਮੈਨੂੰ ਜਿਹੜਾ ਬਹੁਤ ਕੁਝ ਸਿੱਖਣ ਨੂੰ ਮਿਲਿਆ। 9ਵੀਂ ਕਲਾਸ ਵਿੱਚ ਸੀਗਾ ਔਰ ਬਹੁਤ ਉਸ ਵੇਲੇ ਲੀਡਰ ਵੀ ਚੰਗੇ ਉਹ ਜਿਹੜੇ ਸੀਗੇ ਉਹ ਇੱਥੇ ਸੀਗੇ ਮੇਰੇ ਨਾਲ ਹੀ, ਅੱਜ ਵੀ ਮੈਨੂੰ ਮਿਲਦੇ ਰਹਿੰਦੇ ਨੇ। ਉਹ ਮੈਂ ਤਾਂ ਉਹ ਬੱਚਾ ਸੀਗਾ ਤੇ ਉੱਥੋਂ ਫਿਰ ਮੈਂ ਗੁਰਬਾਣੀ ਦਾ ਮੈਨੂੰ ਸੰਥਿਆ ਉਹਨਾਂ ਨੇ ਸਿਖਾਈ ਕਿ ਗੁਰਬਾਣੀ ਨੂੰ ਕਿਵੇਂ ਪੜ੍ਹਨਾ ਹੈ ਔਰ ਹੋਰ ਬਹੁਤ ਕੁਝ ਜਿਹੜਾ ਸੀਗਾ ਸੋ ਮੈਨੂੰ ਨਵਾਂ ਉੱਥੇ ਸਿੱਖਣ ਨੂੰ ਮਿਲਿਆ। 3 ਕੁ ਮਹੀਨਿਆਂ ਬਾਅਦ ਫਿਰ ਮੈਂ ਬਾਹਰ ਆ ਗਿਆ ਔਰ ਅਗਲੀ ਮੈਂ ਕਲਾਸ ਦੇ ਵਿੱਚ ਦਾਖਲ ਹੋ ਗਿਆ। ਫਿਰ 10ਵੀਂ ਕਲਾਸ ਕਰਦੇ ਹਾਂ ਕਿਸੇ ਨੇ ਕਿਹਾ ਵੀ ਤੁਹਾਡੀ ਜਿਹੜੀ ਹੈਗੀ ਹੈ, ਕਿਉਂਕਿ ਮੈਂ ਸਪੋਰਟਸ ਨਾਲ ਕਰਦਾ ਸੀਗਾ ਖੇਡਾਂ ਜਿਵੇਂ ਦੱਸਿਆ, ਤੇ ਚੰਡੀਗੜ੍ਹ ਕਾਲਜ ਦੇ ਵਿੱਚ ਸਪੋਰਟਸ ਦੀ ਲੋੜ ਹੈ, ਸਟੂਡੈਂਟਸ ਦੀ ਜਿਹੜੇ ਸਪੋਰਟਸਮੈਨ ਦੀ ਲੋੜ ਹੈ। ਉੱਥੇ ਟਰਾਇਲਾਂ ਹੋਣਗੀਆਂ, ਉੱਥੇ ਤੁਸੀਂ ਭਰਤੀ ਵਿੰਗ ਹੁੰਦੇ ਸੀਗੇ, ਹੁਣ ਵੀ ਹੁੰਦੇ ਹੋਣਗੇ ਸ਼ਾਇਦ। ਤੇ ਵਿੰਗ ਦੇ ਵਿੱਚ ਮੈਨੂੰ ਕਹਿੰਦੇ ਟਰਾਇਲ ਦੇਣ ਨਹੀਂ ਜਾਓ ਤੇ ਉੱਥੇ ਤੁਹਾਡੀ ਹੋ ਸਕਦਾ ਸਿਲੈਕਸ਼ਨ ਹੋ ਜਾਏ, ਉੱਥੇ ਤੁਹਾਡੀ ਖਾਣਾ ਵੀ ਫ੍ਰੀ ਹੋ ਜਾਏਗਾ, ਉੱਥੇ ਤੁਹਾਡਾ ਰਹਿਣ ਵੀ ਹੋ ਜਾਏਗਾ ਤੇ ਉੱਥੇ ਤੁਹਾਨੂੰ ਜਿਹੜਾ ਹੈਗਾ ਪੜ੍ਹਾਈ ਵੀ ਲਗਭਗ ਫ੍ਰੀ ਹੋ ਜਾਏਗੀ। ਤਾਂ ਮੈਨੂੰ ਤਾਂ ਉਹੀ ਚੀਜ਼ਾਂ ਚਾਹੀਦੀਆਂ ਸੀਗੀਆਂ। ਮੈਂ ਕਰਦਾ ਸੀਗਾ ਕਚਹਿਰੀ ਦੇ ਵਿੱਚ ਟਾਈਪ, ਤੁਸੀਂ ਅੱਜ ਕੱਲ੍ਹ ਦੂਜੀ ਟਾਈਪ ਹੁੰਦੀ ਸੀ ਪਹਿਲਾਂ, ਉਹ ਉਹਦੇ ਨਾਲ ਹੀ ਜਿਹੜੇ ਲਾਇਸੈਂਸ ਵਗੈਰਾ ਬਣਾਉਂਦੇ ਸੀਗੇ ਕਚਹਿਰੀਆਂ 'ਚ ਜਾਂ ਹੋਰ ਇੱਦਾਂ ਦਾ ਕੰਮ ਜਿਹੜੇ ਸੀਗੇ, ਉੱਥੇ ਮੈਂ ਸ਼ੁਰੂ ਕਰ ਲਿਆ ਸੀਗਾ ਸਕੂਲ ਤੋਂ ਬਾਅਦ। ਉੱਥੇ ਮੈਨੂੰ ਬੰਦਾ ਮਿਲਿਆ ਮੁੰਡਾ ਤੇ ਉਹ ਮੈਨੂੰ ਲੈ ਗਿਆ ਜੀ ਚੰਡੀਗੜ੍ਹ। ਮੇਰੇ ਕੋਲੇ ਚੰਡੀਗੜ੍ਹ ਦਾ ਮੈਨੂੰ ਯਾਦ ਹੈ ਕਿ ਸੰਗਰੂਰ ਤੋਂ 5 ਰੁਪਏ ਦਾ ਕਿਰਾਇਆ ਸੀਗਾ ਚੰਡੀਗੜ੍ਹ ਤੱਕ। ਮੇਰੇ ਕੋਲ 1.5 ਰੁਪਇਆ ਸੀਗਾ, 1.5 ਕਹਿੰਦਾ ਮੇਰੇ ਕੋਲੇ ਵੀ ਹੈਗਾ, 3 ਬਣ ਗਏ, 2 ਕਿਸੇ ਤੋਂ ਮੈਂ ਠਾਨੀ ਫੜੀ, ਕਿਸੇ ਤੋਂ ਚਵਾਨੀ, 5 ਰੁਪਏ ਮੈਂ ਔਖੇ ਸੌਖੇ ਕਰ ਲਏ ਤੇ ਉਹ 5 ਰੁਪਏ ਲੈ ਕੇ ਮੈਂ ਚੰਡੀਗੜ੍ਹ ਪਹੁੰਚਿਆ। ਉੱਥੇ ਜਾ ਕੇ ਮੇਰੀ ਜਿਹੜੀ ਹੈਗੀ ਹੈ ਐਡਮਿਸ਼ਨ ਹੋ ਗਈ ਔਰ ਸਿਲੈਕਟ, ਕਿਉਂਕਿ ਮੈਂ ਨੈਸ਼ਨਲ ਖੇਡ ਚੁੱਕਿਆ ਸੀਗਾ। 7ਵੀਂ ਦੇ ਵਿੱਚ ਮੈਂ ਜਿਹੜੀ ਜੂਨੀਅਰ ਸਬ ਜੂਨੀਅਰ ਨੈਸ਼ਨਲ ਹੁੰਦੀ ਹੈ ਉਹ ਖੇਡਿਆ ਹੋਇਆ ਸੀ। ਉਹ ਸਰਟੀਫਿਕੇਟ ਦੇ ਆਧਾਰ ਤੇ ਸਪੋਰਟਸ ਟ੍ਰਾਇਲ ਦੇ ਆਧਾਰ ਦੇ ਉੱਤੇ ਮੇਰੀ ਸਿਲੈਕਸ਼ਨ ਚੰਡੀਗੜ੍ਹ ਦੇ ਵਿੱਚ ਹੋ ਗਈ DAV ਕਾਲਜ ਦੇ ਵਿੱਚ। ਔਰ ਇਹ ਮੇਰੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਉੱਥੋਂ। ਫਿਰ ਤੇ ਉੱਥੇ ਫਿਰ ਮੈਨੂੰ ਬਿਲਕੁਲ 10 ਸੈਕਟਰ ਦੇ ਸਾਹਮਣੇ ਕਲਾ ਭਵਨ ਹੈ, 16 ਦਾ ਸੈਕਟਰ ਹੈ, ਉੱਥੇ ਗੁਰਸ਼ਰਨ ਭਾਜੀ ਆਉਂਦੇ ਸੀਗੇ। ਉਹਨਾਂ ਨੂੰ ਮੈਂ ਪੁੱਛਿਆ ਵੀ ਇਹ ਕਹਿੰਦੇ ਜੀ ਇਹ ਗੁਰਸ਼ਰਨ ਭਾਜੀ ਨੇ ਤੇ ਇਹ ਨੁੱਕੜ ਨਾਟਕ ਕਰਦੇ ਨੇ। ਉੱਥੇ ਫਿਰ ਹੁੰਦੀਆਂ ਸੀਗੀਆਂ ਮੀਟਿੰਗਾਂ, ਜਿਵੇਂ ਆਪਾਂ ਅੱਜ ਮੀਟਿੰਗ 'ਚ ਬੈਠੇ ਹਾਂ, ਉੱਥੇ 16 ਸੈਕਟਰ 'ਚ ਜਿਹੜੀ ਚੰਡੀਗੜ੍ਹ ਸਾਹਿਤ ਸਭਾ ਬਣੀ ਹੋਈ ਸੀਗੀ, ਮੋਹਨ ਭੰਡਾਰੀ ਜੀ ਉਹਦੇ ਪ੍ਰਧਾਨ ਹੁੰਦੇ ਸੀਗੇ। ਹੋਰ ਜਿਹੜੇ ਵੱਡੇ ਤੁਸੀਂ ਸੁਣੇ ਹੋਣਗੇ ਵੱਡੇ ਨਾਮ ਸੀ ਚੰਡੀਗੜ੍ਹ ਦੇ, ਗੁਲਜ਼ਾਰ ਸਿੰਘ ਸੰਧੂ, ਠੀਕ ਹੈ ਨਾ, ਇਹ ਹੋਰ ਬਹੁਤ ਸਾਰੇ ਜਿਹੜੇ ਲੋਕ ਉੱਥੇ ਮੈਨੂੰ ਮਿਲੇ ਉੱਥੇ। ਔਰ ਉੱਥੇ ਮੈਂ ਕਿਉਂਕਿ 6ਵੀਂ ਕਲਾਸ ਦੇ ਵਿੱਚ ਆਪਣੀ ਸਕੂਲ ਦੇ ਵਿੱਚ ਲਿਖਣਾ ਸ਼ੁਰੂ ਕਰਤਾ ਸੀਗਾ। ਸੰਗਰੂਰ ਤੋਂ ਇੱਕ ਮੈਗਜ਼ੀਨ ਨਿਕਲਦਾ ਸੀਗਾ ਅਖਬਾਰ ਕੌਮੀ ਦੇਣ, ਸੰਗਰੂਰ ਵਾਲੇ ਜਿਹੜੇ ਬੰਦੇ ਨੂੰ ਹੋ ਸਕਦਾ ਤੁਸੀਂ ਸ਼ਾਇਦ ਜਾਣਦੇ ਹੋਣਗੇ, ਹੁਣ ਵੀ ਸ਼ਾਇਦ ਨਿਕਲਦਾ। ਉੱਥੇ ਮੋਹਨ ਸ਼ਰਮਾ ਜੀ ਉਹਦੇ ਐਡੀਟਰ ਹੁੰਦੇ ਸੀ। ਉਹਨਾਂ ਨੂੰ ਫਿਰ ਮੈਂ ਕਹਾਣੀਆਂ ਸਕੂਲ ਦੇ ਵਿੱਚ ਜਦੋਂ ਮੈਂ ਪੜ੍ਹਦਾ ਸੀਗਾ ਉਹ ਲਿਖ ਕੇ ਭੇਜਦਾ ਸੀਗਾ ਔਰ ਉਹ ਛਾਪ ਦਿੰਦੇ ਸੀਗੇ। ਤਾਂ ਥੋੜ੍ਹੀ ਬਹੁਤ ਇਸੇ ਤਰ੍ਹਾਂ ਗੁਰਮੇਲ ਮੜਾਹਟ ਜੀ ਹੁੰਦੇ ਸੀ ਵੱਡੇ ਕਹਾਣੀਕਾਰ,
ਉਹ ਮੈਗਜ਼ੀਨ ਕੱਢਦੇ ਸੀ ਸ਼ੌਕੀਆਂ। ਉਹਨਾਂ ਨੇ ਮੈਥੋਂ ਬਕਾਇਦਾ ਤੌਰ ਤੇ, ਉਹਨਾਂ ਦਾ ਕਿਉਂਕਿ ਬੇਟਾ ਮੇਰੇ ਨਾਲ ਪੜ੍ਹਦਾ ਸੀਗਾ ਸਕੂਲ ਦੇ ਵਿੱਚ, ਉਹ ਮੇਰੀਆਂ ਕਹਾਣੀਆਂ ਛਾਪਦੇ ਸੀਗੇ ਸ਼ੌਕੀਆਂ ਦੇ ਵਿੱਚ। ਉਹੀ ਕਹਾਣੀਆਂ ਫਿਰ ਮੈਂ ਉੱਥੇ ਪੜ੍ਹਨੀਆਂ ਸ਼ੁਰੂ ਕੀਤੀਆਂ। ਗੁਰਸ਼ਰਨ ਭਾਜੀ ਦੇ ਨਾਲ ਨੁੱਕੜ ਨਾਟਕ ਕਰਨੇ ਸ਼ੁਰੂ ਕਰਤੇ। ਤੇ ਹੌਲੀ ਹੌਲੀ ਜਦੋਂ ਮੈਂ BA ਕਰ ਗਿਆ ਤਾਂ ਮੈਨੂੰ ਭੰਡਾਰੀ ਸਾਹਿਬ ਕਹਿੰਦੇ ਵੀ ਹੁਣ ਤੂੰ ਕੀ ਕਰਨਾ ਚਾਹੁੰਦਾ ਹੈ? ਮੈਂ ਕਿਹਾ ਜੀ ਹੁਣ ਦੇਖਾਂਗੇ। ਉਹ ਕਹਿੰਦੇ ਫਿਰ ਮੇਰੇ ਦੋਸਤ ਨੇ ਡਾਕਟਰ ਕੇਸਰ ਸਿੰਘ ਕੇਸਰ, ਉਹ ਅੱਜ ਕੱਲ੍ਹ ਹੈੱਡ ਨੇ ਪੰਜਾਬੀ ਡਿਪਾਰਟਮੈਂਟ ਦੇ ਪੰਜਾਬ ਯੂਨੀਵਰਸਿਟੀ, ਤਾਂ ਉਹਨਾਂ ਨੂੰ ਮੈਨੂੰ ਉੱਥੇ ਜਾ ਕੇ MA ਕਰ ਲੈ। ਮੈਂ ਕਿਹਾ ਚਲੋ ਮੈਂ ਠੀਕ ਹੈ, ਮੈਂ ਜਾਊਂਗਾ। ਮੈਂ ਗਿਆ ਤੇ ਡਾਕਟਰ ਕੇਸਰ ਹੋਰਾਂ ਨੂੰ ਮਿਲਿਆ, ਜਿਵੇਂ ਸੁੱਖੀ ਨਾਲ ਹੋਇਆ ਆਈ। ਮੈਨੂੰ ਉਹਨਾਂ ਨੇ ਕਿਹਾ ਵੀ ਕਾਕਾ ਤੂੰ ਕੋਈ ਗੱਲ ਨਹੀਂ, ਤੂੰ ਆਪਣਾ ਰਿਜ਼ਲਟ ਤੇਰਾ ਆ ਲੈਣ ਦੇ BA ਦਾ, ਤੇ ਜੋ ਹੀ BA ਦਾ ਰਿਜ਼ਲਟ ਆਏਗਾ ਆਪਾਂ ਤੇਰੀ ਐਡਮਿਸ਼ਨ ਕਰਾ ਲਾਂਗੇ। ਉਹਨਾਂ ਨੂੰ ਮੈਂ ਕਿਹਾ ਆ ਮੇਰੀ ਜਿਹੜਾ ਹੈਗਾ ਮੈਂ ਲਿਖਦਾ ਵੀ ਹਾਂ, ਤੇ ਕੁਝ ਉਹਨਾਂ ਨੇ ਸੁਣਾਈਆਂ ਵੀ ਕਹਾਣੀਆਂ ਮੈਂ ਆਪਣੀਆਂ, ਔਰ ਉਹ ਥੋੜ੍ਹੇ ਜਿਹੇ ਉਹਨਾਂ ਨੂੰ ਲੱਗਿਆ ਵੀ ਚਲੋ ਮੁੰਡਾ ਪੜ੍ਹਨ ਲਿਖਣ ਵਾਲਾ ਲੱਗਦਾ ਹੈ, ਤੈਨੂੰ ਐਡਮਿਸ਼ਨ ਕਹਿੰਦੇ ਅਸੀਂ ਦਵਾ ਦਾਂਗੇ। ਪਰ ਨੰਬਰ ਘੱਟ ਆ ਗਏ। ਨੰਬਰ ਉੱਥੇ ਚੰਡੀਗੜ੍ਹ 'ਚ ਨੰਬਰ ਬੱਚੇ ਜਿਹੜੇ ਨੇ ਜ਼ਿਆਦਾ ਲੈਂਦੇ ਸੀ। ਮੇਰਾ ਕਿਉਂਕਿ ਤੁਹਾਨੂੰ ਪਤਾ ਹੈ ਕਈ ਪਾਸੇ ਉਹ ਜਿਹੜਾ ਸੀਗਾ ਲੱਤਾਂ ਫਸਾਈਆਂ ਹੋਈਆਂ ਸੀਗੀਆਂ, ਉਹਦੇ ਕਰਕੇ ਨੰਬਰ ਘੱਟ ਆਉਣੇ ਸੀਗੇ। ਸੋ ਪਰ ਸਪੋਰਟਸ ਜਿਹੜਾ ਸੀਗਾ ਕੁਝ ਰਿਜ਼ਰਵੇਸ਼ਨ ਹੁੰਦੀ ਸੀ ਸਪੋਰਟਸ ਵਾਲਿਆਂ ਦੀ, ਉਹਦੇ ਆਧਾਰ 'ਤੇ ਮੇਰਾ ਆਖਰੀ ਦੇ ਵਿੱਚ ਜਦੋਂ ਐਨ ਸਾਰਿਆਂ ਨੇ ਫੀਸਾਂ ਭਰਤੀਆਂ, ਕਲਾਸਾਂ ਸ਼ੁਰੂ ਹੋ ਗਈਆਂ, ਅਖੀਰ 'ਚ ਕਹਿੰਦੇ ਵੀ ਕੋਈ ਨਹੀਂ ਤੇਰੀ ਕਾਕਾ ਹੁਣ ਐਡਮਿਸ਼ਨ ਹੋ ਜੂਗੀ। ਇੱਕ ਬੰਦਾ ਛੱਡ ਗਿਆ, ਉਹ ਕਿਸੇ ਨੇ ਛੱਡਿਆ ਤੇ ਮੇਰੀ ਐਡਮਿਸ਼ਨ MA ਦੇ ਵਿੱਚ ਚੰਡੀਗੜ੍ਹ ਹੋ ਗਈ। ਤੇ ਉੱਥੋਂ ਹੀ ਫਿਰ ਡਾਕਟਰ ਕੇਸਰ ਹੋਰਾਂ ਨਾਲ ਵਾਹ ਪੈ ਗਿਆ। ਉੱਥੋਂ ਹੀ ਫਿਰ ਮੈਂ ਪੋਲੀਟਿਕਸ ਤੇ ਐਂਡ ਲਿਟਰੇਚਰ, ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਸ਼ੁਰੂ ਤੋਂ ਸਿਆਸਤ ਨਾਲ ਹੀ ਮੇਰਾ ਵਾਹ ਰਿਹਾ। ਸੰਤਾਂ ਦੇ ਹੁੰਦੇ ਜਦੋਂ ਸਾਰੀ ਮੂਵਮੈਂਟ ਚੱਲੀ, ਮੈਂ ਬੱਚਾ ਸੀਗਾ, ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਯਾਰ ਇਹ ਗਲਤ ਹੋ ਰਿਹਾ ਔਰ ਇਹਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਉਂਕਿ ਲੌਂਗੋਵਾਲ ਜਿਹੜਾ ਪਿੰਡ ਹੈ ਸਾਡਾ, ਉਹ ਉਦੋਂ ਗੜ੍ਹ ਹੁੰਦਾ ਸੀਗਾ ਪੰਜਾਬ ਦੀ ਪੋਲੀਟਿਕਸ ਦਾ, ਸੰਤਾਂ ਕਰਕੇ। 84 ਜਿੰਨੀ ਦੇਰ ਸੰਤਾਂ ਦੀ ਡੈਥ ਨਹੀਂ ਹੋਈ ਉਨੀ ਦੇਰ ਚਾਹੇ ਬਾਦਲ ਸਾਹਿਬ ਨੇ ਵੱਡੇ, ਚਾਹੇ ਟੌੜਾ ਸਾਹਿਬ, ਚਾਹੇ ਕੋਈ ਵੀ ਆਉਂਦਾ, ਉਹ ਉਹਨਾਂ ਦਾ ਟਿਕਾਣਾ ਉੱਥੇ ਹੀ ਹੁੰਦਾ ਸੀ, ਕੈਂਬੋਵਾਲ ਜਾਂ ਲੌਂਗੋਵਾਲ। ਉਹ ਸਾਰੀਆਂ ਚੀਜ਼ਾਂ ਮੈਂ ਜਿਹੜਾ ਸੀਗਾ ਦੇਖਦਾ ਰਿਹਾ ਔਰ ਸੰਤਾਂ ਨਾਲ ਵੀ ਚੰਗਾ ਉਦੋਂ ਮੈਂ ਜਿਹੜਾ ਜਿੰਨਾ ਕੁ ਮੈਂ ਜਾਣਦਾ ਸੀ ਉਹਨਾਂ ਨੂੰ, ਔਰ ਉਹਨਾਂ ਦੇ ਜਦੋਂ ਵੀ ਉਹ ਪਿੰਡ ਆਉਂਦੇ ਬਹੁਤ ਵੱਡਾ ਇਕੱਠ ਹੁੰਦਾ, ਅਸੀਂ ਨਾਲ ਉਹਨਾਂ ਦੇ ਚੱਲਦੇ। ਸੋ ਇਹ ਸਾਰੀਆਂ ਚੀਜ਼ਾਂ ਕਰਕੇ ਫਿਰ ਮੇਰਾ ਜਿਹੜਾ ਟੌਪਿਕ ਮੈਂ PhD ਦਾ ਲਿਆ ਉਹ ਸਿਆਸਤ ਤੇ ਸਾਹਿਤ ਨਾਲ ਸੰਬੰਧਿਤ ਮੇਰਾ ਸੀਗਾ, ਔਰ ਉਸੇ ਦੇ ਉੱਤੇ ਮੈਨੂੰ 2002 ਦੇ ਵਿੱਚ PhD ਦੀ ਡਿਗਰੀ ਮਿਲੀ। ਤੇ ਪਰ ਜਦੋਂ ਮੈਂ MA ਕਰ ਲਈ, ਜਿਵੇਂ ਸਰ ਨੇ ਕਿਹਾ ਸੀਗਾ ਕਿ MA ਕਰਦਿਆਂ ਮੈਨੂੰ ਜੌਬ ਦੀ ਤਾਂ ਲੋੜ ਪੈਂਦੀ ਸੀ। ਇਹ ਮੇਰੀ ਮੈਂ ਦੱਸਦਿਆਂ ਵੀ ਇਹ ਮੇਰੀ 26ਵੀਂ ਜੌਬ ਹੈ। ਬਹੁਤ ਹੁਣ ਮੈਂ ਜਿਵੇਂ ਉਹ ਚੱਕਰ ਬਣਾਉਣ ਦੇ ਵਿੱਚ ਪੈ ਗਿਆ ਤਾਂ ਲਗਭਗ ਸਾਰਾ ਸਮਾਂ ਇਹੀ ਇੱਦਾਂ ਹੀ ਲੱਗ ਜਾਣਾ। ਤੇ ਜਦੋਂ 94 ਦੇ ਵਿੱਚ ਮੇਰੀ ਸਿਲੈਕਸ਼ਨ ਇੱਥੇ YPS ਪਟਿਆਲੇ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਐਜ਼ ਏ ਟੀਚਰ, ਪੰਜਾਬੀ ਟੀਚਰ। ਤੇ ਉੱਥੋਂ ਹੀ ਫਿਰ ਹੌਲੀ ਹੌਲੀ ਲਿਖਣ ਦਾ ਕਾਰਜ ਸ਼ੁਰੂ ਹੋਇਆ। ਉਹਦੇ ਨਾਲ ਦੀ ਨਾਲ ਫਿਰ ਮੈਂ ਡਾਕਟਰ ਕੇਸਰ ਹੋਰੀ ਕਹਿੰਦੇ ਵੀ ਮੈਂ ਹੀ ਤੁਹਾਨੂੰ PhD ਕਰਾਵਾਂਗਾ। ਬਹੁਤ ਵੱਡੇ ਵਿਦਵਾਨ ਨੇ ਪੰਜਾਬੀ ਦੇ, हम ਸਾਰੇ ਜਾਣਦੇ ਹਾਂ, ਮਾਰਕਸਿਸਟ ਸਕਾਲਰ ਨੇ, ਔਰ ਉਹਨਾਂ ਨੇ ਆਪ ਹੀ ਕਹਿ ਕੇ। ਪਰ ਮੇਰਾ ਕੋਈ ਇੱਦਾਂ ਦਾ ਕੋਈ ਇਹ ਨਹੀਂ ਕਿ ਬੰਨ ਕੇ ਮੈਂ ਕਿ 2 ਸਾਲਾਂ ਜਾਂ 3 ਸਾਲਾਂ ਜਾਂ 4 ਸਾਲਾਂ 'ਚ PhD ਕੀਤੀ। ਮੈਂ ਹੌਲੀ ਹੌਲੀ ਡਾਕਟਰ ਸਾਹਿਬ ਆਪ ਹੀ ਕਹਿਣ ਲੱਗੇ ਯਾਰ ਹੁਣ ਤੱਕ ਨਵੇੜ ਦੇ ਕੰਮ 10 ਸਾਲ ਮੈਂ PhD 'ਚ ਲਾਏ। ਕੋਈ ਮਤਲਬ ਅੱਜ ਕੱਲ੍ਹ ਦੇ ਮੈਂ ਬੱਚੇ ਦੇ ਸਰ ਮੈਨੂੰ ਬਸ 2 ਸਾਲਾਂ 'ਚ ਹੀ ਕਰਾ ਦਿਓ, 3 'ਚ ਹੀ ਕਰਾ ਦਿਓ। ਪਰ ਮੈਨੂੰ ਸੀਗਾ ਵੀ ਯਾਰ ਆਰਾਮ ਨਾਲ ਕਰਾਂਗੇ, ਤੇ ਕਿਉਂਕਿ ਜੌਬ ਨਾਲ ਮੈਂ ਕਰਦਾ ਸੀਗਾ। 10 ਸਾਲਾਂ 'ਚ ਮੈਂ ਉਹ ਜਿਹੜਾ ਮੇਰਾ ਥੀਸਿਸ ਹੈ ਉਹਦੀਆਂ ਲਗਭਗ 3 ਜੋ ਸੰਸਕਰਨ ਨੇ, 3 ਜਾਂ 4 ਉਹ ਹੁਣ ਤੱਕ ਛਪ ਚੁੱਕੇ ਨੇ। ਹੋਰ ਵੀ ਉਹਦੀ ਡਿਮਾਂਡ ਹੈ, ਹੁਣ ਵੀ ਲੋਕ ਕਹਿੰਦੇ ਨੇ ਬੱਚੇ ਜਿਹੜੇ ਖਾਸ ਤੌਰ 'ਤੇ ਮੰਗਦੇ ਆ। ਤੇ ਇਸੇ ਤਰ੍ਹਾਂ ਫਿਰ ਬਾਅਦ ਦੇ ਵਿੱਚ ਜਦੋਂ 1990 ਤੋਂ ਬਾਅਦ ਜਿਹੜਾ ਦੌਰ ਹੈ ਉਹ ਇੱਕ ਵੱਖਰੀ ਤਰ੍ਹਾਂ ਦਾ ਦੌਰ ਹੈ ਦੁਨੀਆ ਦੇ ਲਈ, ਔਰ ਜਿਹਦੀ ਪ੍ਰੋਡਕਟ ਮੈਂ ਹਾਂ। 1990 ਤੋਂ ਬਾਅਦ ਮੈਂ ਮੰਨਦਾ ਆਪਣੇ ਆਪ ਨੂੰ ਕਿ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੇਰੀ ਗਰੋਥ ਹੋਈ ਹੈ ਉਹ ਸੀਗਾ ਇੱਕ ਸਰਮਾਏਦਾਰੀ ਦਾ ਜਿਹੜਾ ਵੱਡਾ, ਉਹਨੂੰ ਜਿੱਤ ਦਾ ਦੌਰ ਕਿਹਾ ਗਿਆ ਔਰ ਉੱਤਰ ਆਧੁਨਿਕਤਾ ਦਾ ਦੌਰ ਕਿਹਾ ਗਿਆ। ਕਿਉਂਕਿ 1990-91 ਦੇ ਵਿੱਚ ਰੂਸ ਟੁੱਟ ਗਿਆ ਤੇ
ਇਤਿਹਾਸ ਦਾ ਅੰਤ ਉਹਨੂੰ ਕਿਹਾ ਗਿਆ ਵੀ ਹੁਣ ਤਾਂ ਇਤਿਹਾਸ ਦਾ ਅੰਤ ਸ਼ੁਰੂ ਹੋ ਗਿਆ, ਹੁਣ ਤਾਂ ਸਰਮਾਏਦਾਰੀ ਜਿੱਤ ਗਈ, ਸਮਾਜਵਾਦ ਹਾਰ ਗਿਆ, ਮਾਰਕਸਵਾਦ ਦਾ ਜਿਹੜਾ ਹੈ ਕੋਈ ਇੱਥੇ ਹੁਣ ਭਵਿੱਖ ਨਹੀਂ ਹੈ। ਪਰ ਉਸੇ ਦੌਰ ਦੇ ਵਿੱਚ ਬਹੁਤ ਸਾਰੇ ਜਿਹੜੇ ਦੁਨੀਆ ਦੇ ਲੋਕ ਸੀਗੇ ਉਹ ਇਹ ਕਹਿ ਰਹੇ ਸੀਗੇ ਕਿ ਬੇਸ਼ੱਕ ਰੂਸ ਟੁੱਟ ਗਿਆ ਪਰ ਰੂਸ ਦਾ ਟੁੱਟਣਾ ਕੋਈ ਮਾਰਕਸਵਾਦ ਦਾ ਅੰਤ ਨਹੀਂ ਹੈ। ਮਾਰਕਸਵਾਦ ਇੱਕ ਆਪਣੀ ਤਰ੍ਹਾਂ ਦੀ ਥਿਊਰੀ ਹੈ। ਜਿੰਨੀ ਦੇਰ ਪੂੰਜੀਵਾਦ ਰਹੂਗਾ, ਜਿੰਨੀ ਦੇਰ ਸਰਮਾਏਦਾਰੀ ਰਹੂਗੀ, ਉਨੀ ਦੇਰ ਮਾਰਕਸਵਾਦ ਰਹਿਣਾ। ਬਹੁਤ ਸਾਰੇ ਦੁਨੀਆ ਦੇ ਥਿੰਕਰਸ ਨੇ ਇਹਦੇ ਬਾਰੇ ਲਿਖਿਆ, ਵੱਖ-ਵੱਖ ਆਰਟੀਕਲ ਲਿਖੇ, ਔਰ ਉਹੀ ਆਰਟੀਕਲ ਲਗਭਗ 20 ਆਰਟੀਕਲ ਮੇਰੀਆਂ 2 ਕਿਤਾਬਾਂ ਦੇ ਵਿੱਚ ਛਪੇ। ਪਹਿਲੀ ਕਿਤਾਬ ਸੀਗੀ ਸਮਕਾਲੀ ਮਾਰਕਸੀ ਚਿੰਤਨ, ਜਿਹਨੇ ਮੈਨੂੰ ਇੱਕ ਦਵਾਇਆ ਕਿ ਇਹ ਵਾਕਈ ਇਹ ਮਾਰਕਸਵਾਦ ਜਿਹੜਾ ਹੈਗਾ ਹੋਣਾ ਚਾਹੀਦਾ। ਪੰਜਾਬੀ ਦੇ ਵਿੱਚ ਉਦੋਂ ਜਦੋਂ ਸਾਰੇ ਲੋਕ ਕਹਿ ਰਹੇ ਸੀਗੇ, ਚਾਹੇ ਸਤਿੰਦਰ ਸਿੰਘ ਨੂਰ ਸੀਗਾ, ਚਾਹੇ ਕੋਈ ਹੋਰ ਵੱਡੇ ਥਿੰਕਰ ਸੀਗੇ ਪੰਜਾਬੀ ਦੇ ਵੀ, ਉਹ ਵੀ ਕਹਿੰਦੇ ਸੀ ਵੀ ਹੁਣ ਖਤਮ ਹੋ ਗਿਆ ਸਭ। ਪਰ ਉਸੇ ਦੇ ਪੈਰਲਲ ਮੇਰੀ ਜਿਹੜੀ ਕਿਤਾਬ ਸਮਕਾਲੀ ਮਾਰਕਸੀ ਚਿੰਤਨ ਆਈ ਤਾਂ ਪੰਜਾਬ ਦੇ ਸਾਰੇ ਜਿੰਨੇ ਵੀ ਮਾਰਕਸਿਸਟ ਜਿਹੜੇ ਇੱਕ ਨਾਵਾਚਕ ਜਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਡਾਊਨਫਾਲ ਉਹਨਾਂ ਨੂੰ ਲੱਗਦਾ ਸੀਗਾ ਕਿ ਆ ਚੁੱਕੇ ਹਨ, ਉਹਨਾਂ ਦੇ ਵਿੱਚ ਦੁਬਾਰਾ ਨਵੇਂ ਸਿਰੇ ਤੋਂ ਚੇਤਨਾ ਪੈਦਾ ਹੋਈ। ਯਾਰ ਬਾਕੀ ਇਹ ਜਿਹੜੇ ਆਰਟੀਕਲ ਪੜ੍ਹੋ ਤੁਸੀਂ ਵੱਖ-ਵੱਖ ਵਿਦਵਾਨਾਂ ਦੇ ਦੁਨੀਆ ਦੇ, ਤੇ ਤੁਸੀਂ ਮਾਰਕਸਵਾਦ ਨੂੰ ਜੇ ਸਮਝਣਾ ਹੈ ਨਵੇਂ ਤਰੀਕੇ ਦੇ ਨਾਲ, ਤਾਂ ਉਹ 2 ਕਿਤਾਬਾਂ ਜਿਹੜੀਆਂ ਨੇ ਮੇਰੀਆਂ ਜਦੋਂ ਆਈਆਂ ਤਾਂ ਮੈਨੂੰ ਉਹਨੇ ਬਹੁਤ ਪਛਾਣ ਦਿੱਤੀ ਕਿ ਨਵੀਂ ਤਰ੍ਹਾਂ ਦੀ ਪਛਾਣ ਬਣੀ ਪੰਜਾਬੀ ਦੇ ਵਿੱਚ। ਤਾਂ ਉਸੇ ਦੌਰਾਨ ਹੀ ਫਿਰ ਮੇਰੀਆਂ ਆਪਣੀਆਂ ਜਿਹੜੀਆਂ ਸੀਗੀਆਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ, ਸੱਤਾ ਸੰਘਰਸ਼ ਤੇ ਸਾਹਿਤ, ਤੇ ਇਸੇ ਤਰ੍ਹਾਂ ਹੋਰ ਲਗਾਤਾਰ ਚੱਲਦੀਆਂ ਰਹੀਆਂ। ਜਿਹੜੀ ਲੇਟੈਸਟ ਅਗਲੇ ਮਹੀਨੇ ਮੇਰੀ ਕਿਤਾਬ ਆ ਰਹੀ ਹੈ ਉਹ ਹੈ ਚਿੰਤਨ ਦੇ ਚਟੇਰੇ। ਉਹਦੇ ਵਿੱਚ ਕਾਰਲ ਮਾਰਕਸ ਤੋਂ ਲੈ ਕੇ ਜਿੰਨੇ ਵੀ ਲਗਭਗ 15 ਥਿੰਕਰ ਨੇ ਪੰਜਾਬੀ ਦੇ ਵੀ, ਦੁਨੀਆ ਦੇ ਜਾਂ ਜਿਹੜੇ ਇੰਡੀਆ ਦੇ, ਉਹਦੇ ਵਿੱਚ 15 ਥਿੰਕਰ ਨੂੰ ਮੈਂ ਲਿਆ। ਉਹ ਤੁਹਾਡੇ ਹੱਥਾਂ 'ਚ ਜਲਦੀ ਕਿਤਾਬ ਹੋਏਗਾ, ਜੋ ਮੈਂ ਅੱਜ ਹੀ ਗਰੁੱਪ ਤੋਂ ਰੀਡ ਕਰਕੇ ਆਇਆ ਉਹਦੇ। ਤੇ ਇਹ ਵੀ ਕਿਤਾਬ ਜਿਹੜੀ ਹੈਗੀ ਹੈ ਜਿੰਨੇ ਮਾਰਕਸਿਸਟ ਸਕਾਲਰਸ ਨੇ ਉਹਨਾਂ ਦੇ ਰੇਖਾ ਚਿੱਤਰ ਨੇ ਇਹ। ਸੋ ਇੱਦਾਂ ਮਤਲਬ ਕਹਿਣ ਦਾ ਮਤਲਬ ਸਾਰਾ ਦੱਸਣ ਦਾ ਇਹੀ ਸੀਗਾ ਕਿ ਕੋਈ ਮੈਨੂੰ ਇਹ ਨਹੀਂ ਹੈ ਕਿ ਮੈਂ ਕੋਈ ਬਹੁਤ ਵੱਡਾ ਕੰਮ ਕਰਦਾ ਜਾਂ ਮੈਂ ਕੋਈ ਵੱਡੀ ਉਹ ਹੈ ਕੋਈ ਮੇਰੇ ਦਿਮਾਗ ਦੇ ਵਿੱਚ। ਮੈਂ ਹਜੇ ਵੀ ਉਹੀ ਹਾਂ ਜਿਹੜਾ ਮੈਂ ਸਬਜ਼ੀ ਵੇਚਦਾ ਹੁੰਦਾ ਸੀਗਾ, ਜਦੋਂ ਮੈਂ ਲਾਂਗਰੀ ਹੁੰਦਾ ਸੀਗਾ, ਜਦੋਂ ਮੈਂ ਹੋਰ ਦੁੱਧ ਦਾ ਕੰਮ ਕਰਦਾ ਸੀ, ਜਦੋਂ ਮੈਂ ਬਾਕੀ ਮੇਰੇ ਮਨ ਦੇ ਵਿੱਚ ਹਜੇ ਵੀ ਉਹੀ ਹੈ, ਕਿਉਂਕਿ ਮੇਰੇ ਸਾਥੀ ਉੱਥੇ ਹੀ ਨੇ ਜਿਨ੍ਹਾਂ ਦੇ ਨਾਲ ਮੈਂ ਰਿਹਾ, ਜਿਨ੍ਹਾਂ ਦੇ ਨਾਲ ਮੈਂ ਖਾਧਾ ਹੈ, ਜਿਨ੍ਹਾਂ ਦੇ ਨਾਲ ਮੈਂ ਖੇਡਿਆ ਹਾਂ, ਉਹ ਉੱਥੇ ਦੇ, ਮੈਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਮਿਲਦਾ। ਸੋ ਇਹ ਪ੍ਰਸਥਿਤੀਆਂ ਨੇ। ਮੈਂ ਬਣ ਵੀ ਸਕਦਾ ਸੀਗਾ, ਨਹੀਂ ਵੀ ਬਣ ਸਕਦਾ। ਤੁਸੀਂ ਦੇਖ ਲਿਆ ਹੋਵੇਗਾ ਕਿ ਇਦੋਂ ਵੱਡੀ ਖੁਸ਼ੀ ਮੇਰੇ ਲਈ ਹੋਰ ਕੋਈ ਨਹੀਂ ਹੈ ਕਿ ਮੈਂ ਉਹਨਾਂ ਹਾਲਾਤ ਤੋਂ ਨਿਕਲ ਕੇ ਤੁਹਾਡੇ ਸਾਹਮਣੇ ਆ। ਇਦੋਂ ਵੱਡਾ ਗਮ ਕਿ ਮੇਰੇ 2-2.5 ਸਾਲਾਂ ਦੀ ਉਮਰ ਦੇ ਵਿੱਚ ਹੀ ਮੈਂ ਆਪਣਾ ਸਾਰਾ ਕੁਝ ਹੀ ਗਵਾ ਲਵਾਂ, ਨਾ ਕੋਈ ਭੈਣ, ਨਾ ਭਰਾ, ਨਾ ਮਾਤਾ ਪਿਤਾ, ਸੈਕਿੰਡ ਮੈਰਿਜ ਕਰਾ ਲਈ। ਇਦੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਔਰ ਇਦੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ। ਇਹ ਜਿਹੜੀਆਂ ਬਾਕੀ ਚੀਜ਼ਾਂ ਨੇ ਉਹ ਮੇਰੇ ਲਈ ਬਹੁਤ ਸੈਕੰਡਰੀ ਨੇ। ਹੁਣ ਮੈਂ ਕੋਈ ਇੱਦਾਂ, ਨਾ ਮੈਨੂੰ ਕੋਈ ਬਹੁਤੀ ਖੁਸ਼ੀ ਹੁੰਦੀ ਹੈ, ਨਾ ਮੈਨੂੰ ਕੋਈ ਇਸ ਤਰ੍ਹਾਂ ਦਾ ਗਮ ਹੁੰਦਾ ਕਿ ਮੈਂ ਕਿਉਂ ਨਹੀਂ ਕੀਤਾ। ਸੋ ਇੱਕ ਨਾਰਮਲ, ਇੱਕ ਜਿਹੜਾ ਹੈਗਾ ਬੈਲੈਂਸ ਤਰੀਕੇ ਦੇ ਨਾਲ ਮੇਰੀ ਕੋਸ਼ਿਸ਼ ਹੈ ਕਿ ਜ਼ਿੰਦਗੀ ਨੂੰ ਜੀਆ ਜਾਏ। ਇਹੀ ਸਾਡੇ ਜਿਹੜੇ ਮਹਾਨ ਮਹਾਂਪੁਰਖ ਨੇ ਉਹਨਾਂ ਦੀਆਂ ਜਿਹੜੇ ਗੱਲਾਂ ਨੂੰ ਆਪਾਂ ਸਮਝੀਏ ਤਾਂ ਉਹੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਬੈਲੈਂਸ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਔਰ ਬੈਲੈਂਸ ਦਾ ਮਤਲਬ ਹੈ ਕਿ ਚਾਹੇ तो ਫਿਜ਼ੀਕਲ ਬੈਲੈਂਸ ਹੈ, ਚਾਹੇ ਉਹ ਮਾਨਸਿਕ ਬੈਲੈਂਸ ਹੈ, ਉਹ ਬੈਲੈਂਸ ਬਣਾ ਕੇ ਰੱਖਣਾ ਹੀ ਅਸਲੀ ਇਨਸਾਨ ਹੈ। ਸੋ ਬੈਲੈਂਸ ਤੁਹਾਨੂੰ ਤਾਂ ਹੀ ਆਉਂਦਾ, ਉਹਦੇ ਲਈ ਮਿਹਨਤ ਵੀ ਤੁਹਾਨੂੰ ਆਪਾਂ ਕਹਿੰਦੇ ਕਿ ਗਿਆਨ ਦਾ ਬੱਧਾ ਬਣ ਗੁਰਬਿਨ ਗਿਆਨ। ਸੋ ਇਹ ਗਿਆਨ ਜਿਹੜਾ ਹੁੰਦਾ ਤੁਹਾਡਾ ਇਸ ਲਈ ਜ਼ਰੂਰੀ ਹੈ ਕਿ ਗਿਆਨ ਹੀ ਤੁਹਾਨੂੰ ਕੰਟਰੋਲ ਕਰਦਾ। ਔਰ ਅਲਟੀਮੇਟ ਕੀ ਹੈ ਕਿ ਤੁਹਾਡੇ ਮਨ ਦੀ ਖੁਸ਼ੀ ਹੈ, ਜੋ ਮਨੁੱਖ, ਜੋ ਉਹਦੀ ਆਪਾਂ ਕਹੀਏ ਕਿ ਸਾਰ ਕੀ ਹੈ ਮਨੁੱਖਤਾ ਦਾ, ਉਹ ਉਹਦੀ ਖੁਸ਼ੀ ਹੈ, ਆਨੰਦ ਹੈ। ਇਸ ਲਈ ਸਿੱਖੀ ਦੇ ਵਿੱਚ ਆਪਾਂ ਚਾਹੇ ਕੋਈ ਜਦੋਂ ਮਰਗਤ ਹੋ ਜਾਂਦੀ ਉਦੋਂ ਵੀ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਜਦੋਂ ਕੋਈ ਖੁਸ਼ੀ ਹੁੰਦੀ ਉਦੋਂ ਵੀ ਆਨੰਦ ਸਾਹਿਬ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਸਾਨੂੰ ਚਾਹੇ ਖੁਸ਼ੀ ਹੈ ਚਾਹੇ ਗਮੀ ਹੈ, ਸਾਨੂੰ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ। ਸਾਡੇ ਕੋਲ ਬਹੁਤ ਵੱਡੀ ਐਗਜ਼ਾਮਪਲ ਹੈ। ਸੋ ਇਸ ਕਰਕੇ ਉਹ ਜਿਹੜੀ ਖੁਸ਼ੀ ਹੈ ਉਹ ਤਾਂ ਹੀ ਆਏਗੀ ਜੇ ਅਸੀਂ ਗਿਆਨ ਕੀ ਹੈ? ਗਿਆਨ ਇਹੀ ਹੈ ਕਿ ਆਪਣੇ ਆਲੇ ਦੁਆਲੇ ਨਾਲ ਜੁੜਿਆ ਜਾਏ, ਆਪਣੇ ਆਲੇ ਦੁਆਲੇ ਤੋਂ ਨਾ ਟੁੱਟਿਆ ਜਾਏ, ਲੋਕਾਂ ਦੇ ਨਾਲ ਜਿੰਨਾ ਕਰਕੇ ਅਸੀਂ ਅੱਜ ਜੋ ਸਮਾਜ ਹੈ ਉਹਨੂੰ ਜੋੜੀਏ ਆਪਣੇ ਨਾਲ, ਔਰ ਆਪਣੇ ਸਮਾਜ ਨੂੰ ਜੋੜਨ ਚਲੀਏ, ਜੁੜੀਏ ਨਾ,
ਉਹਨੂੰ ਸਗੋਂ ਜਿਹੜੇ ਬੰਦੇ ਥੱਲੇ ਨੇ, ਜਿਵੇਂ ਮੈਂ ਗੁਰੂ ਨਾਨਕ ਸਾਹਿਬ ਦੀ ਐਗਜ਼ਾਮਪਲ ਦਿੱਤੀ ਸੀ ਕਿ ਜਿਹੜੇ ਨੀਚਾਂ ਅੰਦਰ ਨੀਚ ਨੇ ਉਹਨਾਂ ਨੂੰ ਵੀ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕਰੀਏ। ਔਰ ਜਿਵੇਂ ਪੰਜ ਜੋ ਪੰਜ ਪਿਆਰਿਆਂ ਦਾ ਨਾਮ ਤੁਸੀਂ ਦੱਸੇ ਸੀਗੇ, ਉਹ ਇਹੀ ਸੀਗੇ, ਉਹ ਅਲਟੀਮੇਟ ਇਹੀ ਹੈ ਕਿ ਉਹਨਾਂ ਨੂੰ ਤੁਸੀਂ ਬਰਾਬਰ ਦੇ ਕਰਨਾ। ਗੁਰੂ ਗੋਬਿੰਦ ਸਿੰਘ ਜੀ ਦਾ ਜੋ ਫਿਲਾਸਫੀ ਹੈ ਉਹ ਇਹੀ ਹੈ ਕਿ ਅਸੀਂ ਉਹਨਾਂ ਨੂੰ ਵੀ ਨਾਲ ਉੱਪਰ ਨਾਲ ਆਪਣੇ ਬਰਾਬਰ ਦਾ ਕਰੀਏ। ਅੰਮ੍ਰਿਤ ਛਕਾਉਣ ਦਾ ਮਤਲਬ ਹੀ ਇਹੀ ਸੀ ਕਿ ਉਹਨਾਂ ਦਾ ਬਰਾਬਰ ਹੋ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਪਹਾੜੀ ਰਾਜਿਆਂ ਨੇ ਵੀ ਕੋਸ਼ਿਸ਼ ਕੀਤੀ ਵੀ ਸਾਨੂੰ ਵੀ ਅੰਮ੍ਰਿਤ ਛਕਾ ਦਿਓ, ਪਰ ਉਹਨਾਂ ਨੇ ਕਿਹਾ ਅਸੀਂ ਇਹਨਾਂ ਨਾਲ ਨਹੀਂ ਛਕਣਾ। ਫਿਰ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਅਸੀਂ ਜੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਫਿਰ ਨਹੀਂ, ਇੱਥੇ ਤਾਂ ਬਰਾਬਰੀ ਦੀ ਗੱਲ, ਜੇ ਤੁਸੀਂ ਇਹ ਗੱਲ ਮੰਨੋਗੇ ਤਾਂ ਇੱਕੋ ਹੀ ਖੰਡੇ ਬਾਟੇ ਦੇ ਵਿੱਚੋਂ ਹੀ ਤੁਹਾਨੂੰ ਪੀਣਾ ਪੈਣਾ। ਇਹੀ ਬਰਾਬਰੀ ਦਾ ਸੰਦੇਸ਼ ਜਿਹੜਾ ਹੈਗਾ ਇਹ ਸੀਗਾ। ਔਰ ਇਸੇ ਉੱਤੇ ਮੈਨੂੰ ਲੱਗਦਾ ਚੱਲ ਕੇ ਸਾਨੂੰ ਆਪਣੀ ਸਿਹਤ ਨੂੰ, ਆਪਣੀ ਜ਼ਿੰਦਗੀ ਨੂੰ ਅੱਗੇ ਲਿਆਉਣ ਦੀ ਲੋੜ ਹੈ। ਤੇ ਇਸ ਤੋਂ ਬਿਨਾਂ ਕੋਈ ਆਪਾਂ ਜੇ ਕੋਈ ਤੁਹਾਡਾ ਸਵਾਲ ਹੋਏਗਾ ਮੈਂ ਜ਼ਰੂਰ ਉਹਦਾ ਜਵਾਬ ਦਊਂਗਾ, ਪਰ ਹੁਣ ਕਿਉਂਕਿ ਆਪਣਾ ਖਾਣਾ ਵੇਟ ਕਰ ਰਹੇ, ਆਪਾਂ ਇਹ ਇੰਤਜ਼ਾਰ ਨਾ ਕਰਾਈਏ, ਕਿਉਂਕਿ ਨਾਲ ਨਾਲ ਗੱਲਾਂ ਦੇ ਨਾਲ ਆਪਾਂ ਇਹ ਕਰ ਲਾਂਗੇ। ਬਹੁਤ ਬਹੁਤ ਤੁਹਾਡਾ ਫਿਰ ਧੰਨਵਾਦ, ਸ਼ੁਕਰੀਆ। ਲੱਗ ਰਿਹਾ